ਰੇਡੀਓ ਪੰਜਾਬ ਟੁਡੇ ਦੇ ਤਮਾਮ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾ ਨੇਲਗਾ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਵੀਰਵਾਰ, ਤਰੀਕ ਹੈ 16 ਜੂਨ। ਸੋ ਸਮਾਂ ਰੇਡੀਓ ਪੰਜਾਬ ਟੁਡੇ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ 6:30 ਵਜੇ ਨੇ ਬਠਿੰਡਾ ਤੇ ਨਿਊਯਾਰਕ ਦੇ ਵਿੱਚ ਰਾਤ ਸਵੇਰ ਦੇ 9 ਵਜੇ ਹੋਏ ਨੇ। ਸੋ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਨ ਤੋਂ ਪਹਿਲਾਂ ਮੈਂ ਵਿਸ਼ੇਸ਼ ਤੌਰ ਦੇ ਉੱਤੇ ਮੈਂ ਧੰਨਵਾਦੀ ਹਾਂ ਜਿਨ੍ਹਾਂ ਵੱਲੋਂ ਰੇਡੀਓ ਪੰਜਾਬ ਟੁਡੇ ਨੂੰ ਹਮੇਸ਼ਾ ਹੀ ਸਪੋਰਟ ਕੀਤੀ ਜਾਂਦੀ ਹੈ। ਸੋ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਡਾਕਟਰ ਸੁਰਿੰਦਰਪਾਲ ਸਿੰਘ ਗਿੱਲ ਹੋਰਾਂ ਦਾ, ਬਾਲਟੀਮੋਰ ਤੋਂ ਅਵਤਾਰ ਸਿੰਘ ਬੜਿੰਗ ਹੋਰਾਂ ਦਾ। ਇਸ ਦੇ ਨਾਲ ਹੀ ਬੈਥਲਹੈਮ ਤੋਂ ਮੈਂ ਧੰਨਵਾਦੀ ਹਾਂ ਜੀ ਬਾਈ ਜੀ ਨਛੱਤਰ ਸਿੰਘ ਹੋਰਾਂ ਦਾ। ਤੇ ਇਸ ਤੋਂ ਇਲਾਵਾ ਆਪਾਂ ਪ੍ਰੋਗਰਾਮ ਦਾ ਆਗਾਜ਼ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਇਸ ਵਕਤ ਮੈਂ ਨਿਊਯਾਰਕ ਦੇ ਨੇੜੇ ਹੈ ਤੇ ਸੈਚਰਡੇ ਨੂੰ ਯਾਨੀ ਕਿ ਸੈਚਰਡੇ ਦੀ ਸ਼ਾਮ ਨੂੰ ਨਿਊਯਾਰਕ ਦੇ ਵਿੱਚ ਮੁਲਾਕਾਤ ਹੋਏਗੀ। ਸੋ ਸਵਾਗਤ ਕਰਦਾ ਜੀ ਢਿੱਲੋਂ ਸਾਹਿਬ ਦਾ। ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਤੁਹਾਨੂੰ ਯਾਦ ਹੋਊਗਾ ਆਪਣੇ ਲੜਕਾ ਸੀ ਇੱਕ ਸ਼ੂਟਰ ਸਿੱਪੀ ਜੀ, ਉਹਦਾ ਬੜਾ ਸ਼ੱਕੀ ਹਾਲਾਤਾਂ ਦੇ ਵਿੱਚ ਕਤਲ ਕੀਤਾ ਗਿਆ ਸੀ ਤੇ ਕਹਿੰਦੇ ਵੀ ਕਤਲ ਜਿਹੜਾ ਬੜੇ ਐਂਗਲਾਂ ਤੋਂ ਉਹਦੇ ਉੱਤੇ ਕੰਮ ਵੀ ਕੀਤਾ ਗਿਆ ਸੀ। ਸ਼ੱਕ ਦੀ ਸੂਈ ਤਾਂ ਪਹਿਲੇ ਦਿਨ ਹੀ ਖੜੀ ਹੋ ਗਈ ਸੀ, ਪਰ ਸਮਾਂ ਲੱਗਿਆ। ਕਹਿੰਦੇ ਬੜੀ ਪਹੁੰਚ ਵਾਲੇ ਵਿਅਕਤੀ ਸੀ, ਪਰ ਆਖਿਰ ਕਹਿੰਦੇ ਕਤਲ ਦੇ ਦੋਸ਼ਾਂ ਦੇ ਤਹਿਤ ਜਿਹੜਾ ਇੱਕ ਲੜਕੀ ਨੂੰ ਗ੍ਰਿਫਤਾਰ ਕੀਤਾ ਜੀ। ਬਿਲਕੁਲ ਜੀ। ਇਹ ਲੜਕੀ ਹੈਗੀ ਨਾ, ਇਹਦਾ ਕਲਿਆਣੀ ਸਿੰਘ, ਔਰ ਇਹ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਐਕਟਿੰਗ ਚੀਫ ਜਸਟਿਸ ਹੈ, ਜਸਟਿਸ ਸੰਬੀਨਾ, ਉਹਦੀ ਧੀ। ਇਹਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਔਰ ਗ੍ਰਿਫਤਾਰ ਕਰਕੇ ਜਿਹੜੀ ਮੋਹਾਲੀ ਦੇ ਵਿੱਚ CBI ਕੋਰਟ ਹੈ ਉੱਥੇ ਪੇਸ਼ ਕੀਤਾ ਸੀ ਤੇ 4 ਦਿਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ। ਅਸਲ ਦੇ ਵਿੱਚ ਕਹਾਣੀ ਬਹੁਤ ਪੁਰਾਣੀ ਹੈ, ਜਿਵੇਂ ਕਿ ਤੁਸੀਂ ਦੱਸਿਆ ਹੈ। ਮੂਲ ਰੂਪ ਦੇ ਵਿੱਚ ਇਹ ਮੁੰਡਾ ਜਿਹੜਾ ਸਿੱਪੀ ਹੈ ਇਹ ਤਲਵੰਡੀ ਸਾਬੋ ਨਾਲ ਸੰਬੰਧਿਤ ਹੈ। ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਤੁਹਾਨੂੰ ਪਤਾ ਹੈ ਵੀ ਸਿੱਧੂ ਖਾਨਦਾਨ ਜਿਹਨੂੰ ਅਸੀਂ ਭਾਈ ਡਲ ਸਿੰਘ ਦਾ ਖਾਨਦਾਨ ਕਹਿ ਦਿੰਦੇ ਹਾਂ, ਉਹ ਖਾਨਦਾਨ ਹੈ। ਔਰ ਇਹ ਵੀ ਇਤਿਹਾਸ ਦੇ ਪੰਨਿਆਂ ਦੇ ਉੱਤੇ ਲਿਖਿਆ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਉਹਨਾਂ ਨੇ ਆ ਕੇ ਆਪਣਾ ਕਮਰ ਕਸਾ ਖੋਲ੍ਹਿਆ ਤਾਂ ਉਹ ਦਮਦਮਾ ਸਾਹਿਬ ਖੋਲ੍ਹਿਆ ਸੀ। ਇੱਥੇ ਹੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਉਹਨਾਂ ਨੇ ਕਰਵਾਇਆ ਸੀ ਔਰ ਉਸ ਵੇਲੇ ਉਹਨਾਂ ਦੀ ਜਿਹੜੀ ਸੇਵਾਦਾਰੀ ਹੈ ਉਹ ਸੰਭਾਲੀ ਸੀ ਭਾਈ ਡਲ ਸਿੰਘ ਨੇ, ਜਿਨ੍ਹਾਂ ਨੂੰ ਭਾਈ ਡੱਲਾ ਜੀ ਵੀ ਕਹਿ ਦਿੰਦੇ ਸੀ। ਔਰ ਇਹ ਖਾਨਦਾਨ ਜਿਹੜਾ ਹੈਗਾ ਉਹਨਾਂ ਤੋਂ ਹੀ ਹੈ। ਤੇ ਭਾਈ ਡੱਲਾ ਸਿੰਘ ਨੇ ਜਾਂ ਭਾਈ ਡਲ ਸਿੰਘ ਨੇ ਜਦੋਂ ਗੁਰੂ ਸਾਹਿਬ ਨੇ ਪੁੱਛਿਆ ਸੀ ਕਿ ਬੋਲ ਵੀ ਤੈਨੂੰ ਕੀ ਚਾਹੀਦਾ ਹੈ, ਤੇ ਉਹਨੇ ਡਿਮਾਂਡ ਕੀਤੀ ਸੀ ਕਿ ਸਾਹਿਬ ਮੈਨੂੰ ਕੁਛ ਨਹੀਂ ਚਾਹੀਦਾ, ਬਸ ਆਪਣੇ ਚਰਨਾਂ 'ਚ ਨਿਵਾਸ ਦੇ ਦਿਓ। ਔਰ ਦਾਨੇਲੀਆ ਸਾਹਿਬ, ਮੇਰਾ ਖਿਆਲ ਹੈ ਵੀ ਇਹ ਇੱਕ ਵਿਲੱਖਣ ਇਤਿਹਾਸ ਹੈ ਕਿ ਜਿਹੜਾ ਇਹ ਖਾਨਦਾਨ ਹੈ, ਜਿਹੜਾ ਭਾਈ ਡਲ ਸਿੰਘ ਦਾ ਖਾਨਦਾਨ ਹੈ, ਉਸ ਖਾਨਦਾਨ ਦਾ ਜਦੋਂ ਕੋਈ ਬੰਦਾ ਇਸ ਦੁਨੀਆ ਤੋਂ ਵਿਦਾ ਹੁੰਦਾ ਹੈ ਤੇ ਉਹਦਾ ਸੰਸਕਾਰ ਵੀ ਤਖਤ ਸਾਹਿਬ ਤੇ ਕੀਤਾ ਜਾਂਦਾ ਹੈ। ਅੱਛਾ, ਮਤਲਬ ਗੁਰੂ ਸਾਹਿਬ ਮਾਣ ਪ੍ਰਾਪਤ ਹੈ ਜੀ ਫਿਰ। ਹਾਂ, ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ। ਇਹ ਉਸ ਪਰਿਵਾਰ ਨਾਲ ਸੰਬੰਧਿਤ ਹੈ। ਇਹਦੇ ਦਾਦਾ ਜੀ ਸੈਸ਼ਨ ਜੱਜ ਹੁੰਦੇ ਸੀ, ਫਿਰ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਵੀ ਬਣ ਗਏ ਸੀ। ਔਰ ਇਹਨਾਂ ਦੇ ਪਿਤਾ ਜੀ ਵੀ ਐਡੀਸ਼ਨਲ ਐਡਵੋਕੇਟ ਜਨਰਲ ਰਹੇ ਆ ਪੰਜਾਬ ਦੇ। ਬੜਾ ਜਿਹੜਾ ਆਪਾਂ ਕਹਿ ਸਕਦੇ ਵੀ ਮਾਣ ਸਤਿਕਾਰ ਵਾਲਾ ਪਰਿਵਾਰ ਹੈ, ਬੜਾ ਪੜ੍ਹਿਆ ਲਿਖਿਆ ਪਰਿਵਾਰ ਹੈ। ਔਰ ਮੋਹਾਲੀ ਦੇ ਵਿੱਚ ਇਹਨਾਂ ਦੀ ਪੱਕੀ ਰਿਹਾਇਸ਼ ਸੀ ਕਿਉਂਕਿ ਇਹਨਾਂ ਦਾ ਪਿਛੋਕੜ ਜੁਡੀਸ਼ਰੀ ਨਾਲ ਜੁੜਿਆ ਹੋਇਆ ਸੀ। ਇਸ ਕਰਕੇ ਜਿਹੜੀ ਇਹ ਲੜਕੀ ਹੈ ਕਲਿਆਣੀ ਸਿੰਘ ਦਾ ਪਰਿਵਾਰ ਵੀ ਜੁਡੀਸ਼ਰੀ ਦੇ ਨਾਲ ਜੁੜਿਆ ਹੋਇਆ। ਕਲਿਆਣੀ ਸਿੰਘ ਦੀ ਮਾਤਾ ਸਬੀਨਾ, ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਚੁੱਕਾ, ਉਹ ਹਾਈ ਕੋਰਟ ਦੇ ਜੱਜ ਹੈ। ਪਹਿਲਾਂ ਬਠਿੰਡੇ ਦੇ ਵਿੱਚ ਵੀ ਉਹ ਸੈਸ਼ਨ ਜੱਜ ਰਹਿ ਕੇ ਗਏ ਹੈ। ਇੱਦਾਂ ਹੀ ਉਹਨਾਂ ਦੇ ਪਰਿਵਾਰ ਦੇ ਬਹੁਤ ਸਾਰੇ ਜੀਅ ਹੈ ਜਿਹੜੇ ਉਹ ਵਕਾਲਤ ਦੇ ਪੇਸ਼ੇ ਦੇ ਨਾਲ ਜੁੜੇ ਹੋਏ ਹੈ। ਉਹਨਾਂ ਦੇ ਨਾਨਾ ਜੀ ਵੀ ਜਿਹੜੇ ਹੈਗੇ ਆ ਉਹ ਬੜੇ ਨਾਮਵਰ ਵਕੀਲ ਰਹੇ ਆ ਆਪਣੇ ਜ਼ਮਾਨੇ ਦੇ, ਬੜੇ ਪ੍ਰੋਗਰੈਸਿਵ ਵਕੀਲ ਰਹੇ ਆ। ਸੀਨੀਅਰ ਵਕੀਲ, ਬੜਾ ਵੱਡਾ ਨਾਂ ਸੀ ਉਹਨਾਂ ਦਾ ਹਾਈ ਕੋਰਟ ਦੇ ਵਿੱਚ। ਸੋ ਦੋਨਾਂ ਪਰਿਵਾਰਾਂ ਦੀ ਆਪਸੀ ਨੇੜਤਾ ਹੋ ਗਈ। ਇਹ ਨੇੜਤਾ ਚਲਦਿਆਂ ਇੰਨੀ ਨੇੜਤਾ ਹੋ ਗਈ ਕਿ ਬੱਚਿਆਂ ਦੀ ਵੀ ਆਪਸ ਵਿੱਚ ਦੋਸਤੀ ਪੈ ਗਈ। ਸਿੱਪੀ ਦੀ ਤੇ ਕਲਿਆਣੀ ਸਿੰਘ ਦੀ ਦੋਸਤੀ ਪੈ ਗਈ ਔਰ ਹਾਲਾਤ ਇੱਥੋਂ ਤੱਕ ਬਣ ਗਏ ਕਿ ਸ਼ਾਇਦ ਇਹ ਵਿਆਹ ਕਰਵਾ ਲੈਣ। ਤੇ ਫਿਰ ਕਹਿੰਦੇ ਵੀ ਇੱਕ ਵਾਰ ਥੋੜ੍ਹਾ ਜਿਹਾ ਇਹਨਾਂ ਦੇ ਆਪਣੇ ਸੰਬੰਧਾਂ ਦੇ ਵਿੱਚ ਖਟਾਸ ਪੈਦਾ ਹੋ ਗਈ। ਖਟਾਸ ਵੀ ਆ ਗਈ। ਤੇ ਜਦੋਂ ਖਟਾਸ ਪੈਦਾ ਹੋ ਗਈ ਤਾਂ ਉਹ ਜੋ ਅੱਜ ਖਬਰਾਂ ਪ੍ਰਕਾਸ਼ਿਤ ਹੋਈਆਂ, ਉਹਨਾਂ ਖਬਰਾਂ ਦੇ ਮੁਤਾਬਕ ਕਲਿਆਣੀ ਦਾ ਪਰਿਵਾਰ ਕਿਸੇ ਹੋਰ ਬੰਦੇ ਨੂੰ ਨਾਲ ਲੈ ਕੇ ਇਹਨਾਂ ਦੇ ਸਿੱਪੀ ਦੇ ਪਰਿਵਾਰ 'ਚ ਘਰ ਆਇਆ
ਔਰ ਘਰ ਆ ਕੇ ਉਹਨਾਂ ਨੇ ਜੀ। ਕਿਹਾ ਕਿ ਜੀ ਅਸੀਂ ਆਪਣੀ ਲੜਕੀ ਦੀ ਸ਼ਾਦੀ ਹੈ ਜਿਹੜੀ ਉਹ ਸਿੱਪੀ ਨਾਲ ਕਰਨਾ ਚਾਹੁੰਦੇ ਹਾਂ। ਦੋਨੋਂ ਆਪਾਂ ਪੜ੍ਹੇ ਲਿਖੇ ਹੈ। ਸਿੱਪੀ ਤਾਂ ਇਸ ਵੇਲੇ ਸਰਕਾਰੀ ਕਾਲਜ ਦੇ ਵਿੱਚ ਲੈਕਚਰਾਰ ਵਜੋਂ ਕੰਮ ਕਰਦੀ ਸੀ, ਔਰ ਇਹ ਸੌਰੀ ਕਲਿਆਣੀ ਉੱਥੇ ਕੰਮ ਕਰਦੀ ਸੀ। ਔਰ ਕਲਿਆਣੀ ਹੈ। ਹਾਂ, ਸਿੱਪੀ ਜਿਹੜਾ ਹੈਗਾ ਉਹ ਪ੍ਰੋਫੈਸ਼ਨ ਵਜੋਂ ਵਕੀਲ ਸੀ, ਔਰ ਜਿਹੜਾ ਹੈ ਸ਼ੂਟਰ ਬੜਾ ਵਧੀਆ ਸੀ। ਅਬਨਿਬ ਬਿੰਦਰਾ ਦੇ ਨਾਲ ਬੈਠ ਕੇ ਉਹ ਪ੍ਰੈਕਟਿਸ ਕਰਦਾ ਹੁੰਦਾ ਸੀ। ਇੱਕ ਵਾਰੀ ਇਹਨਾਂ ਦੋਵਾਂ ਨੇ 골ਡ ਮੈਡਲ ਵੀ ਸ਼ੂਟਿੰਗ ਦੇ ਵਿੱਚ ਜਿੱਤਿਆ ਹੋਇਆ ਸੀ। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਪਰਸਨੈਲਿਟੀ ਇੰਨੀ ਸ਼ਾਨਦਾਰ ਸੀ, ਉਹਨੇ ਮੁੰਡੇ ਨੇ ਬਹੁਤ ਕੁਝ ਬਣਨਾ ਸੀ। ਜਦੋਂ ਪਰਿਵਾਰ ਦੇ ਵਿੱਚ ਇਹ ਗੱਲਾਂ ਚੱਲੀਆਂ ਕਿ ਆਪਾਂ ਇਹ ਰਿਸ਼ਤਾ ਕਰਨਾ, ਤਾਂ ਸਿੱਪੀ ਨੇ ਉਸ ਵੇਲੇ ਕੁਝ ਇਤਰਾਜ਼ਯੋਗ ਤਸਵੀਰਾਂ ਪੇਸ਼ ਰੱਖਤੀਆਂ ਕਿ ਆਹ ਲਓ ਜੀ ਤਸਵੀਰਾਂ। ਤੇ ਉਹ ਤਸਵੀਰਾਂ ਜਿਹੜੀਆਂ ਅਜਿਹੀਆਂ ਸੀ ਜਿਨ੍ਹਾਂ ਤੋਂ ਇਉਂ ਪਤਾ ਲੱਗਦਾ ਸੀ ਕਿ ਇਹ ਲੜਕੀ ਹੈ ਜਿਹੜੀ ਕਲਿਆਣੀ, ਇਹਦੇ ਕਿਸੇ ਹੋਰ ਮੁੰਡੇ ਨਾਲ ਵੀ ਸੰਬੰਧ ਹੈਗੇ। ਤਾਂ ਨਤੀਜਾ ਇਹ ਹੋਇਆ ਕਿ ਸਿੱਧੂ ਪਰਿਵਾਰ ਨੇ ਇਗਨੋਰ ਕਰਤਾ। ਉਹਨਾਂ ਨੇ ਇਨਕਾਰ ਕਰਤਾ ਕਿ ਅਸੀਂ ਇਹ ਸ਼ਾਦੀ ਜਿਹੜੀ ਹੈ ਸਾਨੂੰ ਪਰਿਵਾਰ ਨਹੀਂ, ਇਹ ਸ਼ਾਦੀ ਨਹੀਂ ਹੋ ਸਕਦੀ। ਦੋਨੇ ਪਰਿਵਾਰ ਅਲੱਗ-ਅਲੱਗ ਹੋ ਗਏ। ਫਿਰ ਇੱਕ ਸਮਾਂ ਆਉਂਦਾ ਜਦੋਂ ਇਹਨੂੰ ਸਟ੍ਰੈਸ ਕੀਤਾ ਗਿਆ। ਕਿਸੇ ਹੋਰ ਫੋਨ ਤੋਂ ਕਲਿਆਣੀ ਨੇ ਫੋਨ ਕੀਤਾ ਕਿ ਤੁਸੀਂ ਇੱਕ ਪਾਰਕ ਦੇ ਵਿੱਚ ਆਓ ਤੇ ਜ਼ਰੂਰ ਆਓ। ਬਹੁਤ ਜ਼ਿਆਦਾ ਦਬਾਅ ਪਿਆ ਤੇ ਇਹ 20 ਸਤੰਬਰ 2015 ਜਾਂ 2015 ਦੀ ਗੱਲ ਹੈ। 20 ਸਤੰਬਰ 2015 ਦੀ ਗੱਲ ਹੈ, ਜਦੋਂ ਇਹ ਬਗੈਰ ਕਿਸੇ ਨੂੰ ਦੱਸਿਆਂ ਤੇ ਪਾਰਕ ਦੇ ਵਿੱਚ ਚਲਾ ਜਾਂਦਾ ਹੈ ਸਿੱਪੀ। ਉਸ ਵੇਲੇ ਇੱਕ ਕਾਰ ਉੱਥੇ ਪਹਿਲਾਂ ਹੀ ਖੜੀ ਹੁੰਦੀ ਹੈ, ਜਿਸ ਕਾਰ ਦੇ ਵਿੱਚ ਇੱਕ ਮਰਦ ਹੈ ਤੇ ਇੱਕ ਔਰਤ ਹੈ। ਤੇ ਉੱਥੇ ਜਾਣ ਤੋਂ ਬਾਅਦ ਫਿਰ ਉੱਥੇ ਗੋਲੀ ਚੱਲਦੀ ਹੈ, 4 ਗੋਲੀਆਂ ਵੱਜਦੀਆਂ ਔਰ ਇਹਦੀ ਮੌਕੇ ਤੇ ਮੌਤ ਹੋ ਜਾਂਦੀ ਹੈ। ਉਹ ਆਪਣੀ ਗੱਡੀ ਲੈ ਕੇ ਭੱਜ ਜਾਂਦੀ ਹੈ। ਪਰਿਵਾਰ ਨੂੰ ਸ਼ੱਕ ਸ਼ੁਰੂ ਤੋਂ ਹੀ ਕਲਿਆਣੀ ਤੇ ਸੀ ਤੇ ਹਾਂਜੀ, ਪਰਿਵਾਰ ਨੇ ਇਸ ਗੱਲ ਦੇ ਉੱਤੇ ਜਿਹੜਾ ਹੈਗਾ ਸਟ੍ਰੈਸ ਕੀਤਾ ਕਿ ਕੇਸ ਰਜਿਸਟਰ ਕਰੋ, ਔਰ ਉਹ ਕੇਸ ਰਜਿਸਟਰ ਹੋਇਆ ਵੀ। ਚੰਡੀਗੜ੍ਹ ਦੀ ਪੁਲਿਸ ਨੇ ਕੇਸ ਰਜਿਸਟਰ ਕਰ ਲਿਆ, ਲੇਕਿਨ 8-9 ਮਹੀਨੇ ਉਹ ਕੇਸ ਜਿਹੜਾ ਠੰਡੇ ਬਸਤੇ 'ਚ ਹੀ ਪਿਆ ਰਿਹਾ, ਉੱਤੇ ਕੋਈ ਪ੍ਰੋਗਰੈਸ ਨਹੀਂ ਹੋਈ। ਕਾਰਨ ਕੀ ਸੀ? ਕਾਰਨ ਇਸ ਕਰਕੇ ਸੀ ਕਿਉਂਕਿ ਕਲਿਆਣੀ ਦੀ ਮਾਤਾ ਉਸ ਵੇਲੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਿਟਿੰਗ ਜੱਜ ਸੀ। ਸਿਟਿੰਗ ਜੱਜ ਹੋਣ ਦੇ ਨਾਤੇ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਆਪਾਂ ਜਾਣਦੇ ਹਾਂ ਕਿ ਜਦੋਂ ਜੁਡੀਸ਼ਰੀ ਦਾ ਦਬਾਅ ਹੋਵੇ ਤਾਂ ਫਿਰ ਕਿਸੇ ਨੇ ਕਰਨਾ ਕੀ ਹੈ। ਪਰ ਲੇਕਿਨ ਸਿੱਪੀ ਦੇ ਪਰਿਵਾਰ ਨੇ ਖਹਿੜਾ ਨਹੀਂ ਛੱਡਿਆ। ਉਹਨਾਂ ਨੇ ਆਪਣੀ ਜੱਦੋਜਹਿਦ ਜਾਰੀ ਰੱਖੀ, ਔਰ ਜੱਦੋਜਹਿਦ ਇੱਥੋਂ ਤੱਕ ਜਾਰੀ ਰੱਖੀ ਕਿ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਨੂੰ ਮਜਬੂਰ ਹੋਣਾ ਪਿਆ ਗਿਆ CBI ਨੂੰ ਲਿਖਣ ਵਾਸਤੇ ਕਿ ਇਸ ਮਾਮਲੇ ਦੀ ਜਾਂਚ ਹੈ ਜਿਹੜੀ ਇਹ CBI ਦੇ ਹਵਾਲੇ ਕਰ ਦਿੱਤੀ ਜਾਵੇ। ਔਰ 2016 'ਚ ਜਾਣੇ ਵਾਲੀਆ ਸਾਹਿਬ ਇਹ ਕੇਸ CBI ਦੇ ਹਵਾਲੇ ਹੋ ਗਿਆ ਸੀ। ਫਿਰ CBI ਨੇ ਤੇ ਕਾਫੀ ਸਮਾਂ ਪੜਤਾਲ ਕੀਤੀ, ਔਰ ਕਾਫੀ ਸਮਾਂ ਪੜਤਾਲ ਕਰਨ ਤੋਂ ਬਾਅਦ CBI ਨੇ ਵੀ ਇਸ ਕੇਸ ਦੇ ਵਿੱਚ ਜਿਹੜੇ ਹੈਗੇ ਹੱਥ ਕੁੱਟ ਲਏ ਤੇ ਉਹਨਾਂ ਨੇ ਕਹਿ ਦਿੱਤਾ ਜੀ ਕਿ ਤਫਤੀਸ਼ ਜਿਹੜੀ ਹੈ ਉਹ ਗਾਂ ਨਹੀਂ ਤੁਰਦੀ। ਤਫਤੀਸ਼ ਜਿਹੜੀ ਹੈ ਅਧਵਾਟੇ ਹੈ, ਇਹਦੇ 'ਚ ਕੁਛ ਨਿਕਲਦਾ ਨਹੀਂ। ਔਰ ਦਸੰਬਰ 2020 ਦੇ ਵਿੱਚ CBI ਨੇ ਅਨਟ੍ਰੇਸ ਰਿਪੋਰਟ ਹੈ ਜਿਹੜੀ ਉਹ ਅਦਾਲਤ ਦੇ ਵਿੱਚ ਦਾਖਲ ਕਰ ਦਿੱਤੀ ਸੀ। ਪਰ ਪਰਿਵਾਰ ਨੇ ਇਹਦੇ ਉੱਤੇ ਪ੍ਰੋਟੈਸਟ ਕੀਤਾ। ਪਰਿਵਾਰ ਨੇ ਕਿਹਾ ਨਹੀਂ, ਇਹਦੀ ਹੋਰ ਤਫਤੀਸ਼ ਹੋਣੀ ਚਾਹੀਦੀ ਹੈ। ਨਤੀਜਾ ਫਿਰ ਇਹ ਹੋਇਆ ਕਿ ਮਾਣਯੋਗ ਅਦਾਲਤ ਨੇ ਜਿਹੜੀ ਉਹ ਅਨਟ੍ਰੇਸ ਰਿਪੋਰਟ ਸੀ ਉਹਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਹਦਾਇਤ ਕਰ ਦਿੱਤੀ ਕਿ ਇਸ ਮਾਮਲੇ ਨੂੰ ਹੋਰ ਅੱਗੇ ਰਿੜਕਿਆ ਜਾਵੇ, ਇਹਦੀ ਹੋਰ ਜਾਂਚ ਕੀਤੀ ਜਾਵੇ। ਹੁਣ ਕਲਿਆਣੀ ਨੂੰ ਬੁਲਾਇਆ ਗਿਆ। ਕਲਿਆਣੀ ਨੂੰ ਬੁਲਾ ਕੇ ਕੁਝ ਸਵਾਲ ਕੀਤੇ ਗਏ। ਜਿਹੜੇ ਉਹਨਾਂ ਨੇ ਸਵਾਲ ਪੁੱਛੇ ਉਹ ਸਵਾਲਾਂ ਦਾ ਪ੍ਰੋਪਰ ਜਵਾਬ ਨਹੀਂ ਦੇ ਸਕੀ ਤੇ ਨਤੀਜਾ ਕੀ ਹੋਇਆ ਕਿ ਕਲਿਆਣੀ ਨੂੰ ਗ੍ਰਿਫਤਾਰ ਕਰ ਲਿਆ। ਹੁਣ ਦੇਖੋ, ਇੱਕ ਤੁਸੀਂ ਇਤਫਾਕ ਹੈ ਕਿ ਕਲਿਆਣੀ ਜਿਹੜੀ ਹੈਗੀ ਸਿੱਪੀ ਦਾ ਪਿੰਡ ਦਮਦਮਾ ਸਾਹਿਬ, ਤਲਵੰਡੀ ਸਾਬੋ, ਉਹ ਵੀ ਬਠਿੰਡੇ ਜ਼ਿਲ੍ਹੇ ਨਾਲ ਰਿਲੇਟਡ ਹੈ। ਤੇ ਦੂਸਰਾ ਪਿੰਡ ਜਿਹੜਾ ਜੋ SP ਹੈ CBI ਦੇ ਮਿਸਟਰ ਬਰਾੜ, ਤੁਹਾਡੇ ਯਾਦ ਹੋਣਾ ਇੱਥੇ ਆਪਣੇ ਮੇਰੇ ਖਿਆਲ ਮੁਤਾਬਕ ਉਹੀ ਇੱਕ ਬੂਟਾ ਸਿੰਘ ਬਰਾੜ ਸਾਡੇ ਸਰਕਾਰੀ ਕਾਲਜ ਦੇ ਵਿੱਚ ਲੈਕਚਰਾਰ ਹੋਇਆ ਕਰਦੇ ਸੀ। ਹਾਂਜੀ। ਹਾਂ, ਉਹਨਾਂ ਦਾ ਸੁਪੁੱਤਰ ਹੈ ਪਿੰਡ ਹੈ ਰਣ ਸਿੰਘ ਵਾਲਾ, ਜਿੱਥੋਂ ਤੱਕ ਮੈਨੂੰ ਜਾਣਕਾਰੀ। ਆਪਣੇ ਬਠਿੰਡੇ ਹੀ ਰਹਿੰਦੇ। ਹਾਂਜੀ, ਬਠਿੰਡੇ ਰਹਿੰਦਾ ਜੀ। ਉਹ ਮੁੰਡਾ IPS ਭਰਤੀ ਹੋ ਗਿਆ ਸੀ ਔਰ ਉਹ ਯੂਨੀਅਨ ਟੈਰੀਟਰੀ ਕੈਡਰ ਦੇ ਵਿੱਚ UT ਕੈਡਰ ਦੇ ਵਿੱਚ ਚਲਾ ਗਿਆ ਸੀ। ਤੇ ਮੇਰੇ ਖਿਆਲ ਮੁਤਾਬਕ ਮੈਨੂੰ ਜ਼ਿਆਦਾ ਜਾਪਦਾ ਹੈ ਕਿ ਉਹੀ ਮੁੰਡਾ SP ਸੀ ਜਿਹਨੇ ਇਹਨੂੰ ਕੱਲ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਰਿਮਾਂਡ ਬਕਾਇਦਾ ਲੈ ਲਿਆ। ਹੁਣ ਪੁੱਛਗਿੱਛ ਦੇ ਵਿੱਚੋਂ ਹੋਰ ਕੀ ਨਿਕਲਦਾ ਜੀ, ਇਹ ਅਗਲੇ ਦਿਨਾਂ 'ਚ ਆਪਾਂ ਨੂੰ ਕਲੀਅਰ ਹੋ ਜਾਣਾ, ਸਾਫ਼ ਹੋ ਜਾਣਾ, ਤੇ ਉਦੋਂ ਫਿਰ ਆਪਾਂ ਆਪਣੇ ਦਰਸ਼ਕਾਂ ਸਰੋਤਿਆਂ ਦੇ ਨਾਲ ਜਿਹੜੀ ਅਗਲੀ ਜਾਣਕਾਰੀ ਸਾਂਝੀ ਕਰਾਂਗੇ ਜੀ। ਚਲੋ ਸਭ, ਫਿਰ ਇਹਦਾ ਮਤਲਬ ਤਾਂ ਇੱਕ ਗੱਲ ਕਰੀਏ ਕਿ ਡਾਢੇ ਦਾ 37 ਵੀ 100 ਹੋ ਗਿਆ। ਇਹ ਤਾਂ ਚਲੋ ਸਿੱਪੀ ਦਾ ਪਰਿਵਾਰ ਇੰਨਾ ਸਮਰੱਥ ਸੀ ਕਿ ਉਹਨਾਂ ਨੇ ਇਹਦੀ ਪੈਰਵਾਈ ਕਰੀ ਗਏ, ਪ੍ਰਵੋਚਾਂ ਸੀ, ਸਾਰਾ ਕੁਝ ਸੀ, ਤਾਂ ਉਹਨਾਂ ਨੇ ਸਰਾਣਾ ਕੋਈ ਲੱਗ ਗਿਆ। ਨਹੀਂ ਤਾਂ ਜੇ ਕੋਈ ਹੋਰ ਵਿਅਕਤੀ ਹੁੰਦਾ ਤਾਂ ਫਿਰ ਤਾਂ ਕੀ ਲੱਗਣਾ ਸੀ।
ਦੇਖੋ ਦਾਨੇਲੀਆ ਸਾਹਿਬ, ਬੜੇ ਮਾਮਲੇ। ਜੇ ਆਪਾਂ ਉਸ ਪਰਿਵਾਰ ਦੀ ਗੱਲ ਕਰੀਏ, ਉਸ ਪਰਿਵਾਰ ਨੇ ਲੜਾਈ ਲੜੀ ਹੈ ਤੇ ਬੜੀ ਨਿੱਠ ਕੇ ਲੜਾਈ ਲੜੀ ਹੈ। ਹੁਣ ਵੀ ਸਿੱਪੀ ਜੀ ਦੇ ਬ੍ਰਦਰ ਦੀ ਜਿਹੜੀ ਸਟੇਟਮੈਂਟ ਅਖਬਾਰਾਂ ਦੇ ਵਿੱਚ ਛਪੀ ਹੈ, ਉਹਨੇ ਕਿਹਾ ਹੈ ਕਿ ਬੇਸ਼ੱਕ ਬੜੀ ਦੇਰੀ ਦੇ ਨਾਲ ਸਾਨੂੰ ਇਨਸਾਫ ਮਿਲਿਆ ਹੈ, ਪਰ ਫਿਰ ਵੀ ਸਾਨੂੰ ਤਸੱਲੀ ਹੈ, ਸੰਤੁਸ਼ਟ ਹਾਂ ਅਸੀਂ ਕਿ ਅਕਸਰ ਇਸ ਦੇਸ਼ ਦੇ ਵਿੱਚ ਥੋੜ੍ਹਾ ਬਹੁਤਾ ਕਾਨੂੰਨ ਦਾ ਰਾਜ ਹੈਗਾ। ਸਾਨੂੰ ਕਾਨੂੰਨ ਦੇ ਉੱਤੇ ਭਰੋਸਾ ਹੈ ਤੇ ਕਾਨੂੰਨ ਤੋਂ ਸਾਨੂੰ ਜਿਹੜੀ ਹੈਗੀ ਹੈ ਉਹ ਉਮੀਦ ਵੱਜੀ ਵੀ ਹੈ। ਇੱਥੇ ਮੈਂ ਇਹ ਵੀ ਜ਼ਿਕਰ ਕਰ ਦੇਵਾਂ ਕਿ ਜਦੋਂ ਇਹ ਮਾਮਲਾ ਚੱਲਦਾ ਸੀ, ਉਸ ਵੇਲੇ ਇਸ ਪਰਿਵਾਰ ਨੇ ਜਸਟਿਸ ਸਬੀਨਾ ਦੇ ਖਿਲਾਫ ਸ਼ਿਕਾਇਤਾਂ ਕੀਤੀਆਂ। ਬਕਾਇਦਾ ਮਤਲਬ ਜਿਹੜੀ ਹੈਗੀ ਹੈ ਯੂਨੀਅਨ ਹੋਮ ਜਿਹੜੀ ਹੈ ਆਪਣੀ ਲਾ ਮਿਨਿਸਟਰੀ ਨੂੰ ਵੀ ਸ਼ਿਕਾਇਤਾਂ ਭੇਜੀਆਂ, ਸੁਪਰੀਮ ਕੋਰਟ ਨੂੰ ਵੀ ਸ਼ਿਕਾਇਤਾਂ ਭੇਜੀਆਂ ਤੇ ਇਹ ਗੱਲ ਕਹੀ ਕਿ ਜਸਟਿਸ ਸਬੀਨਾ ਜਿਹੜੇ ਹੈਗੇ ਉਹ ਇਨਕੁਆਇਰੀ ਨੂੰ, ਜਾਂਚ ਨੂੰ ਪ੍ਰਭਾਵਿਤ ਕਰਦੇ ਤੇ ਉਹਨਾਂ ਦੀ ਟਰਾਂਸਫਰ ਇੱਥੋਂ ਕਰ ਦਿੱਤੀ ਜਾਵੇ। ਫਿਰ ਤੁਹਾਡੇ ਵੀ ਸ਼ਾਇਦ ਦਿਮਾਗ 'ਚ ਆ ਗਈ ਹੋਵੇ ਗੱਲ। ਫਿਰ ਇੱਕ ਸਮਾਂ ਆਇਆ ਸੀ ਜਦੋਂ ਜਸਟਿਸ ਸਬੀਨਾ ਦੀ ਟਰਾਂਸਫਰ ਹੈ ਜਿਹੜੀ ਉਹ ਕਰ ਦਿੱਤੀ ਸੀ ਰਾਜਸਥਾਨ ਦੀ। ਜੀ 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 ਉਹ ਰਾਜਸਥਾਨ ਦੇ ਵਿੱਚੋਂ ਫਿਰ ਦੁਬਾਰਾ ਉਹਨਾਂ ਦੀ ਟਰਾਂਸਫਰ ਹੋ ਗਈ ਤੇ ਉਹ ਆ ਗਏ ਹਿਮਾਚਲ ਹਾਈ ਕੋਰਟ ਦੇ ਵਿੱਚ। ਹਿਮਾਚਲ ਇਸ ਵੇਲੇ ਹਿਮਾਚਲ ਹਾਈ ਕੋਰਟ ਦੇ ਜਿਹੜੇ ਜੱਜ ਸਾਹਿਬ ਆ ਉਹ ਹੈ ਨਹੀਂ, ਜਿਹੜੇ ਚੀਫ ਜਸਟਿਸ ਆ, ਸ਼ਾਇਦ ਉਹਨਾਂ ਦੀ ਟਰਾਂਸਫਰ ਹੋ ਗਈ ਜਾਂ ਨਵੀਂ ਨਿਯੁਕਤੀ ਕਿਸੇ ਦੀ ਨਹੀਂ ਹੋਈ ਜਾਂ ਉਹ ਰਿਟਾਇਰ ਹੋ ਗਏ। ਉਹਨਾਂ ਦੀ ਥਾਂ ਦੇ ਉੱਤੇ ਇਹ ਐਕਟਿੰਗ ਚੀਫ ਜਸਟਿਸ ਹੈ। ਪਰ ਜਿਵੇਂ ਤੁਸੀਂ ਕਿਹਾ ਕਿ ਸਭ ਜਿਹੜਾ ਹੈਗਾ ਸਖਤੇ ਦਾ ਸੱਤੀ ਵੀ ਹੀ 100, ਤਕੜੇ ਦਾ ਡਾਢੇ ਦਾ ਸੱਤੀ ਵੀ ਹੀ 100, ਗੱਲ ਠੀਕ ਹੈ ਤੁਹਾਡੀ। ਪਰ ਮੇਰਾ ਇਹ ਮੰਨਣਾ ਕਿ ਜੇ ਬੰਦਾ ਲੜਾਈ ਲੜਨ ਵਾਲਾ ਹੋਵੇ, ਸੰਘਰਸ਼ ਕਰਨ ਵਾਲਾ ਹੋਵੇ, ਜੱਦੋਜਹਿਦ ਕਰਨ ਵਾਲਾ ਹੋਵੇ, ਤੇ ਜੱਦੋਜਹਿਦ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਤਲਵਾਰਾਂ ਕੱਢ ਕੇ ਉਹਨਾਂ ਨਾਲ ਲੜਨਾ। ਜੱਦੋਜਹਿਦ ਕਾਨੂੰਨ ਦੇ ਮੁਤਾਬਕ ਵੀ ਤੁਸੀਂ ਲੜੋ, ਤੁਸੀਂ ਦਬਾਅ ਦੇ ਮੁਤਾਬਕ ਲੜੋ। ਜੇ ਤੁਸੀਂ ਲੜਾਈ ਲੜੋ ਤਾਂ ਅਕਸਰ ਤੁਹਾਨੂੰ ਕੁਛ ਨਾ ਕੁਛ ਮਿਲਦਾ ਹੈ। ਔਰ ਇਹਨਾਂ ਨੇ ਲੜਾਈ ਲੜੀ, ਲੜਾਈ ਲੜ ਕੇ ਇਹਨਾਂ ਨੇ ਇਨਸਾਫ ਹਾਸਲ ਕੀਤਾ। ਤਾਂ ਇਹ ਵੀ ਆਪਾਂ ਨੂੰ ਉਸ ਪਰਿਵਾਰ ਨੂੰ ਵੀ ਦਾਦ ਦੇਣੀ ਚਾਹੀਦੀ ਹੈ ਕਿ ਪਰਿਵਾਰ ਭਾਵੇਂ ਸਮਰੱਥ ਸੀ, ਬਹੁਤ ਸਾਰੇ ਲੋਕ ਹੁੰਦੇ ਜਿਨ੍ਹਾਂ ਕੋਲ ਪੈਸਾ ਬੜਾ ਹੁੰਦਾ ਹੈ, ਜਿਨ੍ਹਾਂ ਕੋਲ ਪੋਜੀਸ਼ਨਾਂ ਬੜੀਆਂ ਹੁੰਦੀਆਂ, ਲੇਕਿਨ ਉਹ ਲੜਾਈ ਲੜਨ ਤੋਂ ਜਰਕਦੇ ਹੁੰਦੇ, ਟਲਦੇ ਹੁੰਦੇ ਹੈ। ਇੱਥੇ ਆਪਾਂ ਦੇਖੀਏ ਤਾਂ ਇੱਥੇ ਪਰਿਵਾਰ ਨੇ ਲੜਾਈ ਲੜੀ ਹੈ ਔਰ ਆਪਣੇ ਬੱਚੇ ਦਾ ਕਿਸੇ ਹੱਦ ਤੱਕ ਉਹਨਾਂ ਨੇ ਇਨਸਾਫ ਜਿਹੜਾ ਉਹ ਪ੍ਰਾਪਤ ਕੀਤਾ। ਜੇ ਮੁਕੰਮਲ ਇਨਸਾਫ ਤਾਂ ਮਿਲਣਾ ਹੈ, ਟ੍ਰਾਇਲ ਕੋਰਟ ਦੇ ਵਿੱਚ ਜੇ ਕੇਸ ਚੱਲਣਾ ਉੱਥੇ ਕੀ ਹੁੰਦਾ ਹੈ, ਲੇਕਿਨ ਇੱਕ ਕਿਸੇ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਦੀ ਬੇਟੀ ਨੂੰ ਗ੍ਰਿਫਤਾਰ ਕਰਵਾ ਦੇਣਾ ਵੀ ਗੱਲ ਛੋਟੀ ਨਹੀਂ ਹੁੰਦੀ, ਬਹੁਤ ਵੱਡੀ ਹੈ ਜੀ, ਬਹੁਤ ਵੱਡੀ ਗੱਲ। ਬਹੁਤ ਹਾਂ, ਉਹੀ ਗੱਲ ਹੋ ਗਈ ਜਿਵੇਂ ਆਪਾਂ ਗੱਲ ਕਰੀਏ ਸਿੱਧੂ, ਨਵਜੋਤ ਸਿੰਘ ਸਿੱਧੂ ਦੇ ਮਾਮਲੇ 'ਚ ਪਰਿਵਾਰ ਨੇ ਵੀ ਕਿੰਨੇ ਸਾਲ ਜੱਦੋਜਹਿਦ ਕੀਤੀ ਤੇ ਆਖਰ ਸੁਪਰੀਮ ਕੋਰਟ 'ਚ ਉਹਨਾਂ ਨੂੰ ਵੀ ਤਾਂ ਇਨਸਾਫ ਮਿਲਿਆ। ਬਿਲਕੁਲ ਬਿਲਕੁਲ, ਸੁਪਰੀਮ ਕੋਰਟ ਨੂੰ ਆਪਣਾ ਕੇਸ ਖੋਲ੍ਹਣਾ ਪੈ ਗਿਆ ਸੀ। ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ ਮੁਕੰਮਲ ਤੌਰ ਤੇ ਬਰੀ ਨਹੀਂ ਕੀਤਾ ਸੀ। ਮੈਂ ਸਪਸ਼ਟ ਕਰ ਦੇਵਾਂ, ਸੁਪਰੀਮ ਕੋਰਟ ਨੇ ਇਹ ਗੱਲ ਮੰਨ ਲਈ ਸੀ ਕਿ ਜਿਹੜਾ 304 ਦਾ ਉਹਦੇ ਤੇ ਕੇਸ ਬਣਿਆ ਹੋਇਆ ਹੈ, 304 ਦਾ ਹੋਣਾ ਕਿ ਬੰਦੇ ਦੇ ਇੰਨੀ ਕੁ ਸੱਟ ਮਾਰਨੀ ਕਿ ਉਹਦੀ ਮੌਤ ਉਹਦੇ ਨਾਲ ਹੋ ਜਾਵੇ। ਲੇਕਿਨ ਜਿਹੜਾ ਮੈਡੀਕਲ ਰਿਜ਼ਲਟ ਸੀ ਜਾਂ ਜਿਹਨੂੰ ਆਪਾਂ ਪੋਸਟਮਾਰਟਮ ਕਹਿ ਦਈਏ, ਉਹਦੇ ਵਿੱਚ ਸ਼ਾਇਦ ਕੋਈ ਕਮੀ ਪੇਸ਼ੀ ਸੀ। ਔਰ ਉੱਥੇ ਮਾਨਯੋਗ ਸੁਪਰੀਮ ਕੋਰਟ ਨੇ ਕਹਿਤਾ ਕਿ ਇਹ ਗੱਲ ਤਾਂ ਨਹੀਂ ਕਿ ਉਸ ਬੰਦੇ ਦੀ ਮੌਤ ਜਿਹੜੀ ਹੈ ਉਹ ਨਵਜੋਤ ਸਿੰਘ ਸਿੱਧੂ ਦੇ ਮੁੱਕੇ ਨਾਲ ਹੋਈ ਹੈ, ਲੇਕਿਨ ਇਹ ਗੱਲ ਸਪਸ਼ਟ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇੱਕ ਬਜ਼ੁਰਗ ਬੰਦੇ ਦੇ ਨਾਲ ਹੱਥਾਂ-ਪਾਈ ਕੀਤੀ ਹੈ, ਉਹਨੂੰ ਸੱਟ ਲੱਗੀ ਹੈ। 323 ਦਾ ਦੋਸ਼ੀ ਨਵਜੋਤ ਸਿੰਘ ਸਿੱਧੂ ਨੂੰ ਉਸੇ ਵੇਲੇ ਕਰਾਰ ਦਿੱਤਾ ਸੀ। ਪਹਿਲਾ ਜਿਹੜਾ ਬੈਂਚ ਸੀ ਉਹਨੇ ਕਰਾਰ ਦੇ ਦਿੱਤਾ ਸੀ ਔਰ ਉਹਨਾਂ ਨੇ 323 ਦਾ ਦੋਸ਼ੀ ਕਰਾਰ ਦੇ ਕੇ 1000 ਰੁਪਈਆ ਜੁਰਮਾਨਾ ਕਰਤਾ ਸੀ, ਕਿਉਂਕਿ 323 ਦੇ ਵਿੱਚ ਇਹ ਪ੍ਰਬੰਧ ਹੈ ਕਿ ਤੁਸੀਂ ਜੁਰਮਾਨਾ ਵੀ ਕਰ ਸਕਦੇ ਹੋ, ਕੱਲਾ ਜੁਰਮਾਨਾ ਵੀ ਕਰ ਸਕਦੇ ਹੋ, ਕੈਦ ਤੇ ਜੁਰਮਾਨਾ ਵੀ ਕਰ ਸਕਦੇ ਹੋ। ਲੇਕਿਨ ਜਦੋਂ ਸਰਦਾਰ ਮਰਹੂਮ ਗੁਰਨਾਮ ਸਿੰਘ ਹੋਰਾਂ ਦੇ ਪਰਿਵਾਰ ਨੇ ਇਸ ਮਾਮਲੇ ਨੂੰ ਦੁਬਾਰਾ ਫਿਰ ਸੁਪਰੀਮ ਕੋਰਟ 'ਚ ਲੈ ਕੇ ਗਏ ਤੇ ਉਹਨਾਂ ਨੇ ਰਿਵਿਊ ਪਟੀਸ਼ਨ ਪਾਈ ਕਿ ਮਾਨਯੋਗ ਸੁਪਰੀਮ ਕੋਰਟ ਆਪਣੇ ਪੁਰਾਣੇ ਫੈਸਲੇ ਤੇ ਰਿਵਿਊ ਕਰੇ ਔਰ ਉਹਦੇ ਮੁਤਾਬਕ ਜਿਹੜੀ ਹੈਗੀ ਆ ਉਹ ਜੱਜਮੈਂਟ ਦੇਵੇ। ਫਿਰ ਸੁਪਰੀਮ ਕੋਰਟ ਦੇ, ਕਿਉਂਕਿ ਉਦੋਂ ਤੱਕ ਜੱਜ ਸਾਹਿਬਾਨ ਬਦਲ ਗਏ ਸੀ, ਨਵੇਂ ਜੱਜ ਸਾਹਿਬਾਨ ਆ ਗਏ ਸੀ, ਉਹਨਾਂ ਨੇ ਦੇਖਿਆ ਕਿ ਹਾਂ ਠੀਕ ਹੈ, ਇਹਦੇ 'ਚ ਇਹਨਾਂ ਦੀ ਗੱਲ ਸਹੀ ਹੈ ਕਿ ਅਕਸਰ ਬੰਦੇ ਨੇ ਚਲੋ ਸੱਟ ਮਾਰੀ, 323 ਦੇ ਤਾਂ ਅਕਿਊਜ਼ਡ ਹੈ ਹੀ ਹੈ। ਇਸੇ ਕਰਕੇ ਜਿਹੜੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੜੀ ਹੈ 1 ਸਾਲ ਦੀ ਸਜ਼ਾ ਦਿੱਤੀ ਹੈ ਔਰ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੂੰ ਜੇ ਆਪਾਂ ਦੇਖੀਏ ਤਾਂ ਸੈਲੀਬ੍ਰਿਟੀ ਹੈ। ਨਵਜੋਤ ਸਿੰਘ ਸਿੱਧੂ ਬਹੁਤ ਵੱਡੇ ਰੁਤਬੇ ਦੇ ਮਾਲਕ ਹੈ, ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਹੈ। ਉਹਨਾਂ ਦਾ ਜਿਹੜਾ ਹੈਗਾ ਕ੍ਰਿਕਟ ਦੇ ਵਿੱਚ ਬੜਾ ਵੱਡਾ ਨਾਂ ਹੈ। ਉਹਨਾਂ ਨੇ ਉਹ ਬੜੇ ਟੌਪ ਦੇ ਜਿਹੜੇ ਹੈਗੇ ਕਮੈਂਟੇਟਰ ਵੀ ਹੈ ਔਰ TV ਚੈਨਲਾਂ ਦੇ ਵਿੱਚ ਵੀ ਬੈਠਦੇ ਆ, ਪੋਲੀਟੀਸ਼ੀਅਨ ਵੀ ਹੈਗੇ ਆ। ਉਹ 2-3 ਵਾਰੀ ਉਹ ਪਾਰਲੀਮੈਂਟ ਦੇ ਮੈਂਬਰ ਰਹੇ ਹੈ, ਵਜ਼ੀਰ ਰਹੇ ਹੈ, ਵਗੈਰਾ ਵਗੈਰਾ। ਇਸ ਕਰਕੇ ਜਦੋਂ ਬੰਦਾ ਲੜਨ ਵਾਲਾ ਹੁੰਦਾ, ਜੇ ਲੜਾਈ ਠੀਕ ਤਰੀਕੇ ਨਾਲ ਲੜੇ ਤਾਂ ਉਹ ਇਨਸਾਫ ਹਾਸਲ ਕਰ ਹੀ ਲੈਂਦਾ ਹੈ ਜੀ। ਜੀ ਤੇ ਢਿੱਲੋਂ ਸਾਹਿਬ, ਹੁਣ ਤਾਂ ਕਹਿੰਦੇ ਆਤੀ ਹੋ ਗਈ, ਜੇ ਕੋਈ ਬੰਦਾ ਆਪਦੇ ਘਰੇ ਬਹਿ ਕੇ ਵੀ ਕੋਈ ਵਿਰੋਧ ਕਰੇ ਤਾਂ ਕਹਿੰਦੇ ਪੁਲਿਸ ਉਹਦੇ ਘਰੇ ਵੜ ਕੇ ਵੀ ਡੰਡੇ ਫੇਰ ਦਿੰਦੀ ਹੈ। ਕਹਿੰਦੇ ਜਿਵੇਂ ਦਿੱਲੀ 'ਚ ਕਾਂਗਰਸ ਭਵਨ 'ਚ ਪੁਲਿਸ ਵੜ ਗਈ ਹੈ ਤੇ ਛੱਲੀਆਂ ਵਾਂਗ ਕੁੱਟ ਸਿੱਟੇ ਕਹਿੰਦੇ ਕਾਂਗਰਸੀ।
ਦੇਖੋ ਦਾਨੇਵਾਲੀਆ ਸਾਹਿਬ, ਕਹਾਣੀ ਇਹ ਹੈ ਕਿ ਪਿਛਲੇ 3 ਦਿਨਾਂ ਤੋਂ ਜੀ ਸੀਬੀਆਈ ਆਪਣੀ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ, ਜਿਹਨੂੰ ਆਪਾਂ ਈਡੀ ਕਹਿ ਦਿੰਦੇ ਹਾਂ, ਇਸ ਈਡੀ ਜੀ ਵੱਲੋਂ ਮਿਸਟਰ ਰਾਹੁਲ ਗਾਂਧੀ ਨੂੰ ਸਮਨ ਕੀਤਾ ਜਾ ਰਿਹਾ ਅਤੇ ਉਹਨਾਂ ਦੀਆਂ ਸਟੇਟਮੈਂਟਸ ਉਹ ਲੈਂਦੇ ਆ, ਉਹਨਾਂ ਨੂੰ ਸਵਾਲ ਕਰਦੇ ਆ, ਸਵਾਲਾਂ ਦੇ ਜਵਾਬ ਦਿੰਦੇ ਆ ਅਤੇ ਫਿਰ ਉਹਨਾਂ ਜਵਾਬਾਂ ਨੂੰ ਉਹ ਬਕਾਇਦਾ ਟਾਈਪ ਕਰਦੇ ਆ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਦਿਖਾਉਂਦੇ ਹੈ। ਉਹ ਪੜ੍ਹ ਕੇ ਜੇ ਕੋਈ ਚੇਂਜਸ ਕਰਵਾਉਣੀਆਂ ਹੁਣ ਚੇਂਜਸ ਕਰਵਾ ਕੇ ਅਤੇ ਆਪਣੇ ਦਸਤਖਤ ਕਰਦੇ ਹੈ। ਕਿਉਂਕਿ ਰਾਹੁਲ ਗਾਂਧੀ ਨੂੰ ਜੇ ਆਪਾਂ ਦੇਖੀਏ ਤਾਂ ਰਾਹੁਲ ਗਾਂਧੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰੈਜ਼ੀਡੈਂਟ ਰਹੇ ਹੈ। ਆ ਜਿਹੜਾ ਰਾਜਸਥਾਨ ਦੇ ਵਿੱਚ ਚਿੰਤਨ ਮਿਸ਼ਨ ਹੋਇਆ ਸੀ, ਇਹਨਾਂ ਦਾ ਸ਼ਿਵਰ ਹੋਇਆ ਸੀ, ਉਸ ਚਿੰਤਨ ਸ਼ਿਵਰ ਦੇ ਵਿੱਚ ਵੀ ਇਹ ਫੈਸਲਾ ਹੋ ਗਿਆ ਸੀ ਕਿ ਕਾਂਗਰਸ ਪਾਰਟੀ ਨੂੰ ਫੁੱਲ ਟਾਈਮ ਪ੍ਰੈਜ਼ੀਡੈਂਟ ਦੀ ਲੋੜ ਹੈ ਅਤੇ ਸੋਨੀਆ ਗਾਂਧੀ ਕਿਉਂਕਿ ਇੱਕ ਬਜ਼ੁਰਗ ਹੈ, ਉਹ ਐਕਟਿੰਗ ਪ੍ਰੈਜ਼ੀਡੈਂਟ ਹੈ, ਉਹਨਾਂ ਨੂੰ ਰੁਖਸਤ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਵਿਹਲਾ ਕੀਤਾ ਜਾਵੇ ਅਤੇ ਉਹਨਾਂ ਦੀ ਥਾਂ ਦੇ ਉੱਤੇ ਕੋਈ ਫੁੱਲ ਟਾਈਮ ਜਿਹੜਾ ਉਹ ਚੀਫ ਆਵੇ। ਔਰ ਇਹ ਆਪਾਂ ਜਾਣਦੇ ਹਾਂ ਕਿ ਕਾਂਗਰਸ ਪਾਰਟੀ ਦੇ ਅੰਦਰ ਚਾਹੇ G23 ਵਾਲੇ ਹੋਣ, ਕੁਛ ਲੋਕ ਹੋਣ, ਬਗਾਵਤ ਦੀਆਂ ਸੁਰਾਂ ਉੱਠਦੀਆਂ ਰਹੀਆਂ। ਪਿਛਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਬਹੁਤ ਸਾਰੇ ਲੋਕ ਛੱਡ ਕੇ ਚਲੇ ਵੀ ਗਏ ਸੀ, ਲੇਕਿਨ ਉਹ ਰਾਜਸਥਾਨ ਵਾਲਾ ਜਿਹੜਾ ਇਹਨਾਂ ਦਾ ਕੈਂਪ ਸੀ, ਉਸ ਕੈਂਪ ਦੇ ਵਿੱਚੋਂ ਇਹ ਇਸ਼ਾਰਾ ਮਿਲ ਗਿਆ ਸੀ ਕਿ ਅਗਲੇ ਪ੍ਰੈਜ਼ੀਡੈਂਟ ਵੀ ਮਿਸਟਰ ਰਾਹੁਲ ਗਾਂਧੀ ਹੀ ਹੋਣਗੇ। ਸੋ ਰਾਹੁਲ ਗਾਂਧੀ ਜਿਸ ਵੇਲੇ ਪ੍ਰੈਜ਼ੀਡੈਂਟ ਵਾਲੇ ਪਾਸੇ ਨੂੰ ਵੱਧ ਰਿਹਾ, ਅਤੇ ਠੀਕ ਉਸੇ ਵੇਲੇ ਉਹਨੂੰ ਸਮਨ ਕੀਤਾ ਜਾਂਦਾ ਕਿ ਆਓ ਜੀ ਤੁਹਾਡੇ ਖਿਲਾਫ ਜਿਹੜਾ ਹੈਗਾ ਨੈਸ਼ਨਲ ਹੈਲਡ ਵਾਲਾ ਕੇਸ ਹੈ ਅਤੇ ਇਸ ਕੇਸ ਦੇ ਸੰਬੰਧ ਵਿੱਚ ਅਸੀਂ ਤੁਹਾਤੋਂ ਪੁੱਛਗਿੱਛ ਕਰਨੀ ਹੈ। ਉਹ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾਂਦੀ ਹੈ। ਮੇਰਾ ਖਿਆਲ ਹੈ ਜੇ ਆਪਾਂ ਸਾਰੇ ਘੰਟੇ ਲਾ ਲਈਏ ਦਾਨੇਵਾਲੀਆ ਸਾਹਿਬ, ਤਾਂ ਹੁਣ ਤੱਕ 24 ਘੰਟਿਆਂ ਤੋਂ ਵੱਧ ਦੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਅਤੇ ਹਲੇ ਗੱਲ ਮੁੱਕੀ ਨਹੀਂ। ਅੱਜ ਵੀ ਪੁੱਛਗਿੱਛ ਉਹਨਾਂ ਤੋਂ ਹੋ ਰਹੀ ਹੈ ਅਤੇ ਹੋ ਸਕਦਾ ਵੀ ਕੱਲ੍ਹ ਨੂੰ ਪੁੱਛਗਿੱਛ ਵੀ ਕੀਤੀ ਜਾਵੇ। ਇੱਥੇ ਮੈਂ ਇਹ ਵੀ ਜ਼ਿਕਰ ਕਰ ਦੇਵਾਂ ਕਿ ਕਾਂਗਰਸ ਪਾਰਟੀ 1885 ਦੇ ਵਿੱਚ ਬਣੀ ਸੀ, ਔਰ ਇਹ ਕਾਂਗਰਸ ਪਾਰਟੀ ਦੇ ਕੋਲੇ ਜਾਂ ਰਾਹੁਲ ਕੋਲੇ ਜਾਂ ਰਾਹੁਲ ਦੀ ਮਾਂ ਕੋਲੇ ਇੱਕ ਬਹੁਤ ਵੱਡਾ ਵਿਰਸਾ ਹੈ। ਉਹ ਕਾਂਗਰਸ ਪਾਰਟੀ ਜਿਹੜੀ ਕਾਂਗਰਸ ਪਾਰਟੀ ਨੇ ਦੇਸ਼ ਦੇ ਵਿੱਚ ਆਜ਼ਾਦੀ ਦੀ ਲੜਾਈ ਲੜੀ ਵੀ ਹੈ, ਉਹਦੀ ਕਮਾਂਡ ਉਹਨਾਂ ਦੇ ਕੋਲੇ ਹੈ। ਔਰ ਇਹ ਵੀ ਆਪਾਂ ਨੂੰ ਪਤਾ ਹੈ ਕਿ ਪੰਡਿਤ ਜਵਾਹਰ ਲਾਲ ਨਹਿਰੂ, ਮੋਤੀ ਲਾਲ ਨਹਿਰੂ, ਮਹਾਤਮਾ ਗਾਂਧੀ, ਇਹ ਸਾਰੇ ਦੇ ਸਾਰੇ ਜਿਹੜੇ ਕਾਂਗਰਸ ਪਾਰਟੀ ਦੇ ਉਹ ਲੀਡਰ ਸੀ ਜਿਹੜੇ ਜਦੋਂ ਮੁਲਕ ਵਾਸਤੇ ਲੜਾਈ ਲੜਦੇ ਸੀ। ਉਦੋਂ ਮੌਜੂਦਾ ਜਿਹੜੀ BJP ਹੈ, ਜਿਹੜੀ ਇਹਦੀ ਮਾਂ ਹੈਗੀ ਆ, ਉਹਦਾ ਨਾਂ ਹੈ RSS ਉਸ ਵੇਲੇ ਇਹਨਾਂ ਦੀ ਮੁਖਾਲਫਤ ਕਰਦੀ ਸੀ। ਸੋ ਹੁਣ ਹਾਲਾਤ ਇਹ ਬਣ ਗਏ ਕਿ ਇੱਕ ਪਾਸੇ ਆਜ਼ਾਦੀ ਲੈਣ ਵਾਲੇ ਲੋਕ ਅਤੇ ਇੱਕ ਪਾਸੇ ਸਾਡੇ ਮੁਲਕ ਦੇ ਉੱਤੇ ਕਬਜ਼ਾ ਕਰੀ ਬੈਠੇ ਅੰਗਰੇਜ਼ਾਂ ਨਾਲ ਖੜਨ ਵਾਲੇ ਲੋਕ ਉਹ ਆਮਣੇ ਸਾਹਮਣੇ ਆ ਗਏ। ਉਦੋਂ ਵੀ ਜੇ ਆਪਾਂ ਦੇਖੀਏ ਤਾਂ ਉਸ ਵੇਲੇ ਵੀ ਜਿਹੜੇ ਹੈ ਅੰਗਰੇਜ਼ਾਂ ਨੇ ਬੜੀ ਡਾਂਗ ਖੜਕਾਈ ਸੀਗੀ। ED ਵਗੈਰਾ ਜਾਂ ਉਸ ਕਿਸਮ ਦੇ ਜਿਹੜੇ ਕਾਇਦੇ ਕਾਨੂੰਨ ਸੀ, ਉਹਨਾਂ ਦਾ ਸਾਹਮਣਾ ਮਹਾਤਮਾ ਗਾਂਧੀ ਨੂੰ ਵੀ ਕਰਨਾ ਪਿਆ ਸੀ ਔਰ ਜਵਾਹਰ ਲਾਲ ਨਹਿਰੂ ਨੂੰ ਵੀ ਕਰਨਾ ਪਿਆ ਸੀ। ਹੁਣ ਜਦੋਂ ਉਹਨੂੰ ਸਮਨ ਕੀਤਾ ਇੱਕ ਤਾਂ ਅੱਗੇ AICC ਦੀ ਜਿਹੜੀ ਹੈਗੀ ਹੈ ਪ੍ਰਧਾਨਗੀ ਦੀ ਚੋਣ ਆ ਰਹੀ ਹੈ। ਦੂਜੀ ਗੱਲ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਜਿਹੜੀ ਅਗਲੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਦੀ ਚੋਣ ਵੀ ਆ ਰਹੀ ਹੈ। ਸੋਨੀਆ ਗਾਂਧੀ ਜਦੋਂ ਬਿਮਾਰ ਹੈ ਅਤੇ ਹਸਪਤਾਲ ਦੇ ਵਿੱਚ ਦਾਖਲ ਹੈ, ਅਤੇ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਵੀ ਬੜੀ ਮਹੱਤਵਪੂਰਨ ਭੂਮਿਕਾ ਹੋ ਸਕਦੀ ਹੈ ਰਾਹੁਲ ਗਾਂਧੀ ਦੀ। ਇਸ ਕਰਕੇ ਜਿਹੜੇ ਰਾਜਨੀਤਿਕ ਪੰਡਤ ਹੈ, ਰਾਜਨੀਤਿਕ ਵਿਸ਼ਲੇਸ਼ਕ ਉਹ ਮੰਨਦੇ ਕਿ ਰਾਹੁਲ ਗਾਂਧੀ ਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ, ਉਹਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਥੇ ਮੈਂ ਇਹ ਵੀ ਸਪਸ਼ਟ ਕਰ ਰਿਹਾ ਕਿ ਇਸੇ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਨੂੰ ਔਰ ਸੋਨੀਆ ਗਾਂਧੀ ਨੂੰ ਪਹਿਲਾਂ ਹੀ ਅਦਾਲਤ ਵੱਲੋਂ ਜ਼ਮਾਨਤਾਂ ਮਿਲੀਆਂ ਹੋਈਆਂ। ਜੇ ਕੋਈ ਨਵਾਂ ਕੇਸ ਬਣਾ ਲੈਣ ਤਾਂ ਬੇਸ਼ੱਕ ਬਣਾ ਲੈਣ, ਲੇਕਿਨ ਇਸ ਕੇਸ ਦੇ ਵਿੱਚ ਉਹਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇੱਕ ਤਾਂ ਉਹਨਾਂ ਨੂੰ ਜ਼ਮਾਨਤ ਮਿਲੀ ਹੋਈ ਹੈ, ਦੂਜਾ 2015 ਦੇ ਵਿੱਚ ਉਸ ਵੇਲੇ ਦੇ ਜਿਹੜੇ ED ਦੇ ਡਾਇਰੈਕਟਰ ਹੈ ਉਹਨਾਂ ਨੇ ਕਹਿਤਾ ਸੀ ਕਿ ਇਸ ਕੇਸ ਦੇ ਵਿੱਚ ਕੋਈ ਜਾਣ ਨਹੀਂ, ਔਰ ਉਹਨਾਂ ਨੇ ਵੀ ਇਹਨਾਂ ਨੂੰ ਫਰੀ ਕਰ ਦਿੱਤਾ ਸੀ। ਸੋ ਇੱਥੇ ਹੁਣ ਜਿਹੜੇ ਇਹਨਾਂ ਨੇ ਇਹ ਸਾਰਾ ਕੁਛ ਕੀਤਾ ਕਰਾਇਆ, ਇਹਦਾ ਮਤਲਬ ਜੇ ਆਪਾਂ ਦੇਖੀਏ ਤਾਂ ਕੁੱਲ ਮਿਲਾ ਕੇ ਕਿ ਉਹਨੂੰ ਇੱਕ ਬਦਨਾਮ ਕਰਨ ਦਾ ਇੱਕ ਤੌਰ ਤਰੀਕਾ ਹੈ ਕਿ ਲਗਾਤਾਰ ਜੋ ਤੁਸੀਂ ਲੰਬੀ ਪੁੱਛਗਿੱਛ ਕਰੋਗੇ ED ਵਾਲੇ, ਤੇ ਉਦੋਂ ਲੋਕਾਂ ਦੇ ਵਿੱਚ ਇਹ ਪਰਸੈਪਸ਼ਨ ਬਣ ਜਾਂਦੀ ਹੈ ਕਿ ਵੀ ਯਾਰ ED ਤਾਂ ਹੀ ਪੁੱਛਦੀ ਹੈ ਨਾ ਜੇ ਉਹ ਬਦਨਾਮ ਹੈ, ਜੇ ਉਹਨੇ ਕੋਈ ਕਰਪਸ਼ਨ ਕੀਤੀ ਹੋਣੀ ਹੈ ਤਾਂ ਹੀ ਹੈ। ਪਰ ਮੈਂ ਇੱਥੇ ਇਹ ਵੀ ਦੱਸ ਦੇਵਾਂ ਕਿ ED ਦੀ ਜਿਹੜੀ ਕਨਵੈਕਸ਼ਨ ਰੇਟ ਹੈ ਉਹ ਬੜੀ ਘੱਟ ਹੈ। ਮੈਂ ਕੱਲ੍ਹ ਇੱਕ ਆਰਟੀਕਲ ਪੜ੍ਹਿਆ ਸੀ, ਉਸ ਆਰਟੀਕਲ ਦੇ ਵਿੱਚ ਇਹ ਲਿਖਿਆ ਕਿ 99.6% ਜਿਹੜੇ ਇਹਨਾਂ ਦੇ ਕੇਸ ਹੈ ED ਦੇ ਉਹ ਬਰੀ ਹੋ ਜਾਂਦੇ ਹੈ, ਬਰੀ ਹੋ ਜਾਂਦੇ। ਹਾਂ, ਸਿਰਫ 0.4% ਕੇਸ ਜਿਹੜੀ ਹੈਗੀ ਹੈ, ਮਤਲਬ ਹੈ ਵੀ ਇੱਕ ਦਾ ਜੇ ਆਪਾਂ ਕਹੀਏ ਵੀ 100ਵੇਂ ਹਿੱਸੇ ਦਾ ਗਾ ਚੌਥਾ ਹਿੱਸਾ ਇੰਨੀ ਕਿ ਇਹਨਾਂ ਦੀ ਕਨਵਿਕਸ਼ਨ ਹੈਗੀ। ਔਰ ਇਹ ਵੀ ਇੱਕ ਵਿਲੱਖਣ ਗੱਲ ਹੈ ਕਿ ਜਦੋਂ ਦੇ ਨਰਿੰਦਰ ਮੋਦੀ ਸਾਹਿਬ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹੈ, ਉਹ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਬਿਲਕੁਲ 0 ਕਨਵਿਕਸ਼ਨ ਰੇਟ ਹੈ, ਕਿਸੇ ਨੂੰ ਕੈਦ ਹੀ ਨਹੀਂ ਹੋਈ ਅਜੇ ਤੱਕ। ਅੱਛਾ, ਇਹਦੇ ਬਾਵਜੂਦ ਵੀ ਮਤਲਬ ਜਿਹੜੇ ਦਬੜੂ ਕੁਸਰੂ ਚੱਲੀ ਜਾਂਦਾ ਹੈ, ਕਦੇ ਮਮਤਾ ਬੈਨਰਜੀ ਦੇ ਬੰਦਿਆਂ ਨੂੰ ਫੜ ਲਓ ਜੀ, ਕਦੇ ਤੁਸੀਂ ਜਿਹੜੇ ਹੈਗੇ ਆ DMK ਵਾਲਿਆਂ ਨੂੰ ਫੜ ਲਓ, ਕਦੇ ਕਿਸੇ ਨੂੰ ਫੜ ਲਓ, ਕਦੇ ਕਿਸੇ ਨੂੰ ਸੱਦ ਲਓ, ਕਦੇ ਕਿਸੇ ਨੂੰ ਸੱਦ ਲਓ। ਇਹ ਸਾਰੀ ਦੀ ਸਾਰੀ ਐਕਸਰਸਾਈਜ਼ ਜਿਹੜੀ ਹੈਗੀ ਉਹ ਐਕਸਰਸਾਈਜ਼ ਜਿਹੜੀ ਹੈਗੀ ਸਿਰਫ ਤੇ ਸਿਰਫ ਬਦਨਾਮ ਕਰਨ ਵਾਲੀ ਹੈ।
ਰਾਹੁਲ ਗਾਂਧੀ ਨੇ ਕਰਨ ਵਾਲੀ ਰਾਹੁਲ ਗਾਂਧੀ ਪਹਿਲੇ ਦਿਨ ਵੀ ਜਦੋਂ ਗਿਆ ਤੇ ਉਹਨੇ ਪਹਿਲੇ ਦਿਨ ਵੀ ਜਾ ਕੇ ਜਿਹੜਾ ਹੈਗਾ ਬੜਾ ਜਿਹੜੇ ਪੁੱਛਗਿੱਛ ਕਰਨ ਵਾਲੇ ਅਧਿਕਾਰੀ ਹੈ ਈਡੀ ਉਹਨਾਂ ਨੂੰ ਕਦੀ ਗੇਟ 'ਚ ਪਾ ਲਿਆ ਸੀ। ਪਹਿਲਾਂ ਤਾਂ ਉਹਨੇ ਪੁੱਛਿਆ ਵੀ ਕਹਿੰਦਾ ਵੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਦਫ਼ਤਰ ਸਿਰਫ ਕਾਂਗਰਸ ਵਾਲਿਆਂ ਵਾਸਤੇ ਬਣਿਆ ਵਾ, ਤੁਸੀਂ ਕਾਂਗਰਸ ਵਾਲਿਆਂ ਨੂੰ ਵੀ ਪੁੱਛਗਿੱਛ ਕਰਦੇ ਹੋ ਕਿ ਕਿਸੇ ਹੋਰ ਨੂੰ ਵੀ ਕਰਦੇ ਹੋ? ਕਿਤੇ ਭਾਰਤੀ ਜਨਤਾ ਪਾਰਟੀ ਦਾ ਕੋਈ ਲੀਡਰ ਬੁਲਾਇਆ, ਕਦੇ ਉਹਨੂੰ ਪੁੱਛਗਿੱਛ ਕੀਤੀ ਹੈ? ਉਹ ਬਿਲਕੁਲ ਚੁੱਪ ਸੀ। ਫਿਰ ਜਦੋਂ ਉਹ ਸਵਾਲ ਕਰਨ ਲੱਗੇ ਉਹ ਕਹਿੰਦਾ ਵੀ ਮੇਰੇ ਸਵਾਲ ਹੈ, ਤੁਹਾਨੂੰ ਪਹਿਲਾਂ ਤੁਸੀਂ ਮੈਨੂੰ ਜਵਾਬ ਦਿਓ। ਤੁਸੀਂ ਮੈਨੂੰ ਗ੍ਰਿਫਤਾਰ ਕਰਨਾ ਗ੍ਰਿਫਤਾਰ ਕਰ ਲਓ, ਤੁਸੀਂ ਮੈਨੂੰ ਕੋਈ ਜੋ ਵੀ ਸਜ਼ਾ ਦੇਣੀ ਹੈ ਦੇ ਲਓ। ਜਦੋਂ ਤੁਸੀਂ ਈਡੀ ਵਾਲੇ ਹੋ ਤੇ ਤੁਹਾਡੇ ਕੋਲ ਬਹੁਤ ਸਾਰੇ ਸਾਧਨ ਹੈ, ਤੁਸੀਂ ਮੈਨੂੰ ਪੁੱਛਦੇ ਹੋ ਕਿ ਤੇਰੀ ਦੇਸ਼ ਦੇ ਵਿੱਚ ਕਿੰਨੀ ਜਾਇਦਾਦ ਹੈ, ਵਿਦੇਸ਼ਾਂ ਦੇ ਵਿੱਚ ਕਿੰਨੀ ਜਾਇਦਾਦ ਹੈ, ਇਹਦਾ ਮਤਲਬ ਮੇਰੀ ਜਾਇਦਾਦ ਤਾਂ ਤੁਹਾਥੋਂ ਤਾਂ ਲੁਕੀ ਨਹੀਂ ਹੋਣੀ ਚਾਹੀਦੀ। ਤੁਸੀਂ ਮੈਨੂੰ ਦੱਸੋ ਕਿ ਮੇਰੀ ਜਾਇਦਾਦ ਕਿੰਨੀ ਹੈ, ਇਹ ਤਾਂ ਤੁਸੀਂ ਦੱਸੋ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਆਈ ਹੈ। ਅਗਲੀ ਗੱਲ ਉਹਨੇ ਕਿਹਾ ਕਿ ਤੁਹਾਡੇ ਪੈਰਲਲ ਜੋ ਤੁਸੀਂ ਮੇਰੀ ਪੁੱਛਗਿੱਛ ਕਰ ਰਹੇ ਹੋ ਉਸ ਵੇਲੇ ਜਿਹੜੀ ਹੈਗੀ ਹੈ ਭਾਰਤੀ ਜਨਤਾ ਪਾਰਟੀ ਦੀ ਲੀਡਰ ਸਿਮਰਤੀ ਇਰਾਨੀ ਉਹ ਬੈਠ ਕੇ ਇੱਕ ਪ੍ਰੈਸ ਕਾਨਫਰੰਸ ਕਰ ਰਹੀ ਹੈ ਤੇ ਉਹ ਮੇਰੇ ਤੇ ਇਲਜ਼ਾਮ ਲਾ ਰਹੀ ਹੈ ਵੀ ਇਹਦੇ ਕੋਲੇ ਇੰਨੇ ਪੈਸੇ ਹੈ, ਜਿਹਦੇ ਕੋਲੇ ਇੰਨੀ ਦੌਲਤ ਹੈ। ਉਹ ਕਹਿੰਦਾ ਫਿਰ ਤੁਹਾਨੂੰ ਮੈਨੂੰ ਪੁੱਛਣ ਦੀ ਕੀ ਲੋੜ ਆ, ਤੁਸੀਂ ਉਹ ਬੀਬੀ ਤੋਂ ਹੀ ਪੁੱਛ ਲਓ, ਉਹ ਤੋਂ ਰਿਪੋਰਟ ਲੈ ਲਓ, ਹਾਂ ਉਹ ਤੋਂ ਰਿਪੋਰਟ ਲੈ ਲਓ ਤੇ ਮੇਰੇ ਖਿਲਾਫ ਕਾਰਵਾਈ ਕਰ ਦਿਓ। ਇਹ ਜਦੋਂ ਗੱਲ ਆਈ ਤੇ ਇਹਦੇ ਨਾਲ ਕਾਂਗਰਸ ਪਾਰਟੀ, ਕਿਉਂਕਿ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਕਾਂਗਰਸ ਪਾਰਟੀ ਬਿਲਕੁਲ ਜਿਹੜੀ ਹੈਗੀ ਹੈ ਉਹ ਸਟ੍ਰੈਚਰ ਤੇ ਪੈ ਗਈ ਸੀ, ਉਹ ਇੰਨੀ ਜ਼ਿਆਦਾ ਬਿਮਾਰ ਹੋਈ ਪਈ ਹੈ। ਸੋਨੀਆ ਗਾਂਧੀ ਹਾਲੇ ਤਕੜੀ ਹੈ ਲੇਕਿਨ ਕਾਂਗਰਸ ਪਾਰਟੀ ਤੋਂ ਕਿਤੇ ਵੱਧ ਬਿਮਾਰ ਹੋਈ ਪਈ ਸੀ। ਔਰ ਇਹ ਕਾਰਵਾਈ ਕਰਕੇ ਕਾਂਗਰਸ ਪਾਰਟੀ ਨੂੰ ਇੱਕ ਕਿਸਮ ਦੀ ਆਕਸੀਜਨ ਲਾ ਦਿੱਤਾ ਨਰਿੰਦਰ ਮੋਦੀ ਸਾਹਿਬ ਤੇ ਅਮਿਤ ਸ਼ਾਹ ਹੋਰਾਂ ਨੇ। ਨਤੀਜਾ ਕੀ ਹੋਇਆ ਕਿ ਹੁਣ ਕਾਂਗਰਸ ਪਾਰਟੀ ਦੇ ਵਰਕਰ ਹੈ ਜਿਹੜੇ ਉਹ ਦੇਸ਼ ਭਰ ਦੇ ਵਿੱਚ ਉੱਠ ਖੜੋਤੇ। ਉਹਨਾਂ ਨੇ ਦਿੱਲੀ ਦੇ ਵਿੱਚ ਵੀ ਜਦੋਂ ਰਾਹੁਲ ਗਾਂਧੀ ਈਡੀ ਦੇ ਦਫ਼ਤਰ ਸਾਹਮਣੇ ਜਾਂਦਾ ਵੱਲ ਨੂੰ ਜਾਂਦਾ ਤੇ ਉਹ ਨਾਲ ਦੀ ਨਾਲ ਈਡੀ ਦੇ ਦਫ਼ਤਰ ਨੂੰ ਜਾਣ ਵਾਲੀ ਗੱਲ ਕਰਦੇ ਆ, ਉਹਨਾਂ ਨੂੰ ਰੋਕਿਆ ਜਾਂਦਾ। ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਲਾਠੀ ਚਾਰਜ ਵੀ ਹੋਇਆ, ਬੰਦਿਆਂ ਦੀ ਧੂਕੜੀਸ ਵੀ ਹੋਈ ਹੈ, ਲੇਕਿਨ ਹੁਣ ਤਾਂ ਕਮਾਲ ਹੀ ਹੋ ਗਈ ਨਾ। ਹੁਣ ਉਹਨਾਂ ਨੇ ਕੀ ਕੀਤਾ ਕਿ ਕਾਂਗਰਸ ਪਾਰਟੀ ਦੇ ਦਫ਼ਤਰ ਦੇ ਵਿੱਚ ਜਿਹੜੇ ਬੰਦੇ ਆਉਣ ਵਾਲੇ ਆ ਨਾ ਤਾਂ ਕਿਸੇ ਨੂੰ ਵੜਨ ਦਿੰਦੇ ਹੈ ਤੇ ਨਾ ਕਿਸੇ ਨੂੰ ਅੰਦਰੋਂ ਬਾਹਰ ਨਿਕਲਣ ਦਿੰਦੇ ਹੈ। ਈਵਨ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਲੇਡੀ ਵਰਕਰ ਸੀ ਉਹਨਾਂ ਨੂੰ ਵੀ ਧੂਆ ਘੜੀਸੀ ਕੀਤੀ ਹੈ। ਜੇ ਅਖਬਾਰਾਂ ਦੇ ਵਿੱਚ ਤਸਵੀਰਾਂ ਲੱਗੀਆਂ ਵੀ ਹੈ ਕਿ ਜੀ ਅਸੀਂ ਤੁਹਾਨੂੰ ਅੰਦਰ ਨਹੀਂ ਜਾਣ ਦੇਣਾ। ਇਹਦੇ ਤੇ ਬਹੁਤ ਜ਼ਿਆਦਾ ਜਿਹੜਾ ਹੈਗਾ ਪ੍ਰੋਟੈਸਟ ਕੀਤਾ ਹੈ। ਕਾਂਗਰਸ ਪਾਰਟੀ ਨੇ ਸਪੀਕਰ ਦੇ ਕੋਲੇ ਵੀ ਸ਼ਿਕਾਇਤ ਕੀਤੀ ਹੈ। ਕਾਂਗਰਸ ਪਾਰਟੀ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਅਪਰੋਚ ਸ਼ਾਇਦ ਕੀਤਾ ਹੋਵੇ, ਕਹਿੰਦੇ ਸੀ ਵੀ ਅਸੀਂ ਕਰਾਂਗੇ। ਮੈਨੂੰ ਕਨਫਰਮ ਨਹੀਂ ਕਿ ਉਹਨਾਂ ਨੇ ਕੋਈ ਆਪਦੀ ਸ਼ਿਕਾਇਤ ਭੇਜਤੀ ਜਾਂ ਨਹੀਂ ਭੇਜਤੀ, ਲੇਕਿਨ ਕਾਂਗਰਸ ਪਾਰਟੀ ਨੇ ਫਿਰ ਇੱਕ ਸੱਦਾ ਦੇ ਦਿੱਤਾ ਹੈ ਕਿ ਦੇਸ਼ ਭਰ ਦੇ ਵਿੱਚ ਗਵਰਨਰ ਹਾਊਸਾਂ ਦੇ ਘਿਰਾਓ ਕਰੋ। ਗਵਰਨਰ ਹਾਊਸਾਂ ਦੇ ਵਿੱਚ ਜਾ ਕੇ ਤੁਸੀਂ ਕਹੋ ਕਿ ਇਹ ਜਿਹੜੀ ਕੇਂਦਰ ਸਰਕਾਰ ਹੈ ਗਲਤ ਕਰਦੀ ਹੈ, ਕਿਉਂਕਿ ਸਟੇਟਾਂ ਦੇ ਵਿੱਚ ਕੇਂਦਰ ਦੇ ਪ੍ਰਤੀਨਿਧ ਗਵਰਨਰ ਹੁੰਦੇ ਹੈ। ਔਰ ਅੱਜ ਜਿਹੜਾ ਹੈਗਾ ਦਾਨੇਵਾਲੀਆ ਸਾਹਿਬ, ਸ਼ਾਇਦ ਤੁਸੀਂ ਦੇਖ ਲਿਆ ਹੋਵੇ ਹੁਣ ਤੱਕ ਸੋਸ਼ਲ ਮੀਡੀਆ ਤੇ ਜਾਂ ਇਲੈਕਟ੍ਰੋਨਿਕ ਮੀਡੀਆ ਤੇ, ਕਿ ਅੱਜ ਪ੍ਰਦੇਸ਼ ਕਾਂਗਰਸ ਕਮੇਟੀ ਪੰਜਾਬ ਦੇ ਜਿਹੜੇ ਵਰਕਰ ਹੈ ਬੜੀ ਵੱਡੀ ਤਾਦਾਦ ਦੇ ਵਿੱਚ ਉਹ ਰਾਜ ਭਵਨ ਦੇ ਵਿੱਚ ਵੱਲ ਨੂੰ ਜਾ ਰਹੇ ਆ। ਪੁਲਿਸ ਉਹਨਾਂ ਨੂੰ ਰੋਕਦੀ ਹੈ, ਇੱਥੋਂ ਤੱਕ ਰੋਕਦੀ ਹੈ ਪੁਲਿਸ ਕਿ ਪੁਲਿਸ ਨੇ ਵੱਡੇ ਬੈਰੀਕੇਡ ਕਰਤੇ ਤੇ ਕਾਂਗਰਸੀਆਂ ਨੇ ਬੈਰੀਕੇਡ ਜਿਹੜੇ ਹੈਗੇ ਉਹ ਲੰਘਣੇ ਸ਼ੁਰੂ ਕਰਤੇ। ਔਰ ਫਿਰ ਜਲ ਤੋਪਾਂ ਛੱਡੀਆਂ ਗਈਆਂ। ਜਲ ਤੋਪਾਂ ਦੇ ਨਾਲ ਰਾਜਾ ਵੜਿੰਗ ਦੀ ਸਥਿਤੀ ਵੀ ਕਾਫੀ ਗੰਭੀਰ ਹੋ ਗਈ ਸੀ ਇੱਕ ਵਾਰੀ, ਕਿਉਂਕਿ ਸਿੱਧਾ ਉਹ ਬੈਰੀਕੇਡ ਦੇ ਉੱਪਰ ਚੜਿਆ ਹੋਇਆ ਸੀ, ਉਹਨੂੰ ਟਾਰਗੇਟ ਕਰਕੇ ਨਿਸ਼ਾਨਾ ਬਣਾ ਕੇ ਉਹਦੇ ਤੇ ਪੂਰਾ ਜਿਹੜਾ ਫੋਰਸ ਨਾਲ ਪਾਣੀ ਸੁੱਟਿਆ ਗਿਆ। ਔਰ ਮੈਂ ਜਦੋਂ ਦੇਖ ਰਿਹਾ ਸੀ ਟੈਲੀਵਿਜ਼ਨ, ਮੈਨੂੰ ਇਹ ਲੱਗਦਾ ਸੀ ਕਿ ਸ਼ਾਇਦ ਉਹਦੇ ਕੰਨ ਦਾ ਪਰਦਾ ਨਾ ਫਟ ਜੇ, ਐਡੀ ਤੇਜ਼ੀ ਨਾਲ ਜਿਹੜੀਆਂ। ਔਰ ਉਹਨੇ ਬੜੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਜਿਹੜਾ ਬਚਾਉਣ ਵਾਸਤੇ ਉਹਨੂੰ ਲਟਕ ਕੇ ਨਾਲ ਉਹਦੇ ਬਚਾਇਆ ਵੀ। ਬਾਅਦ ਦੇ ਵਿੱਚ ਕਾਂਗਰਸੀ ਵਰਕਰਾਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਵੀ ਹੋਈਆਂ, ਹੋਰ ਕਈ ਥਾਵਾਂ ਦੇ ਉੱਤੇ ਵੀ ਇਸ ਕਿਸਮ ਦੇ ਪ੍ਰੋਟੈਸਟ ਹੋਏ ਆ। ਸੋ ਮੇਰਾ ਖਿਆਲ ਹੈ ਵੀ ਇਹ ਤਾਂ ਡੈਮੋਕ੍ਰੇਸੀ ਦੇ ਵਿੱਚ ਇਦੋਂ ਤਾਂ ਵੱਧ ਜ਼ਿਆਦਤੀ ਕੋਈ ਧੱਕਾ ਨਹੀਂ ਹੋ ਸਕਦਾ। ਇਉਂ ਲੱਗਦਾ ਜਿਵੇਂ ਡੈਮੋਕ੍ਰੇਸੀ ਦੀ ਬਜਾਏ ਅਸੀਂ ਤਾਨਾਸ਼ਾਹੀ ਦੇ ਯੁੱਗ ਵਿੱਚ ਰਹਿ ਰਹੇ ਹੋਈਏ, ਕਿ ਇੱਕ ਮਾਨਤਾ ਪ੍ਰਾਪਤ ਪਾਰਟੀ, ਜਿਸ ਪਾਰਟੀ ਨੇ ਦੇਸ਼ ਦੀ ਜੰਗੇ ਆਜ਼ਾਦੀ ਦੀ ਲੜਾਈ ਲੜੀ ਹੋਵੇ, ਜਿਸ ਪਾਰਟੀ ਨੇ ਬਹੁਤ ਲੰਬਾ ਸਮਾਂ ਰਾਜ ਕੀਤਾ ਹੋਵੇ, ਉਸ ਪਾਰਟੀ ਦੇ ਹੈੱਡਕੁਆਟਰ ਦੇ ਵਿੱਚ ਆਉਣ ਤੇ ਜਾਣ ਵਾਲਿਆਂ ਨੂੰ ਤੁਸੀਂ ਰੋਕ ਦਿਓ, ਤੁਸੀਂ ਉੱਥੇ ਜਾ ਕੇ ਛਾਪੇ ਮਾਰੋ, ਉਹਨਾਂ ਦੀ ਫੜੋ-ਫੜੀ ਕਰੋ। ਮੇਰਾ ਖਿਆਲ ਹੈ ਵੀ ਇਦੋਂ ਬਾਅਦ ਇਹ ਕਦੇ ਹੋ ਨਹੀਂ ਸਕਦਾ। ਅੱਜ ਤੱਕ ਆਪਾਂ ਜ਼ਿੰਦਗੀ 'ਚ ਕਦੇ ਦੇਖਿਆ ਨਹੀਂ ਕਿ ਰਾਜਸੀ ਪਾਰਟੀਆਂ ਦੇ ਦਫ਼ਤਰਾਂ ਦੇ ਉੱਤੇ ਰੇਡਾਂ ਵੱਜਦੀਆਂ ਹੋਣ ਜਾਂ ਰਾਜਸੀ ਪਾਰਟੀਆਂ ਦੇ ਦਫ਼ਤਰਾਂ ਦੀ ਕਦੇ ਤਾਲਾਬੰਦੀ ਕੀਤੀ ਜਾਂਦੀ ਹੋਵੇ। ਇਹ ਜਿਹੜਾ ਇਹ ਸੰਕੇਤ ਹੈ ਨਾ ਜਿਹੜਾ ਦਾਨੇਵਾਲੀਆ ਸਾਹਿਬ, ਇਹ ਬੜਾ ਖਤਰਨਾਕ ਹੈ। ਔਰ ਅਫਸੋਸ ਮੈਨੂੰ ਇਸ ਗੱਲ ਦਾ ਹੈ ਕਿ ਸਾਡਾ ਮੇਨ ਸਟ੍ਰੀਮ ਮੀਡੀਆ ਜਿਹੜਾ ਉਹ ਇਸ ਮਾਮਲੇ ਨੂੰ ਚੁੱਕ ਹੀ ਨਹੀਂ ਰਿਹਾ। ਉਹ ਰਾਹੁਲ ਗਾਂਧੀ ਬਾਰੇ ਤਾਂ ਗੱਲ ਜ਼ਿਆਦਾ ਕਰਦੇ ਕਿ ਰਾਹੁਲ ਗਾਂਧੀ ਨੂੰ ਆਜ਼ਾਦ ਸਵਾਲ ਪੁੱਛੇ, ਰਾਹੁਲ ਗਾਂਧੀ ਨੂੰ ਆਜ਼ਾਦ ਸਵਾਲ ਪੁੱਛੇ। ਔਰ ਉਹ ਸਵਾਲ ਰਾਹੁਲ ਗਾਂਧੀ ਨੂੰ ਈਡੀ ਵਾਲੇ ਪੁੱਛ ਰਹੇ ਹੈ, ਮੀਡੀਆ ਕੋਲੇ ਕਿਵੇਂ ਆ ਰਹੀ ਹੈ? ਇਸ ਗੱਲ ਦੇ ਉੱਤੇ ਵੀ ਕਿਵੇਂ ਆ ਰਹੀ ਹੈ, ਬਹੁਤ ਵੱਡੀ ਗੱਲ ਹੈ, ਬੜੀ ਵੱਡੀ ਗੱਲ। ਬਿਲਕੁਲ ਇਹ ਲੀਕ ਹੋ ਰਹੀ ਹੈ ਸਾਰੀ ਗੱਲ। ਕਾਂਗਰਸ ਪਾਰਟੀ ਨੇ ਇਸ ਗੱਲ ਤੇ ਵੀ ਪ੍ਰੋਟੈਸਟ ਕੀਤਾ ਵੀ ਇਹ ਦੱਸੋ ਇਹ ਹੋ ਕੀ ਰਿਹਾ। ਔਰ ਜਦੋਂ ਮੇਨ ਸਟ੍ਰੀਮ ਮੀਡੀਆ ਅਜਿਹਾ ਕਰਨ ਲੱਗ ਜਾਵੇ ਦਾਨੇਵਾਲੀਆ ਸਾਹਿਬ, ਉਦੋਂ ਜੇ ਕੱਲ ਕਲੋਤਰ ਨੂੰ ਦੇਸ਼ ਦੇ ਵਿੱਚ ਫਾਸਿਜ਼ਮ ਲੱਗਦਾ ਹੈ, ਦੇਸ਼ ਦੇ ਵਿੱਚ ਮਤਲਬ ਜਿਹੜੀ ਹੈ ਕਿ ਜਮਹੂਰੀਅਤ ਖਤਮ ਹੁੰਦੀ ਹੈ,
ਤਾਂ ਮੇਰਾ ਇਹ ਮੰਨਣਾ ਕਿ ਬਾਕੀ ਜੀ ਸਾਰਿਆਂ ਦੇ ਨਾਲੋਂ ਜੇ ਕੋਈ ਵੱਧ ਜ਼ਿੰਮੇਵਾਰ ਹੋਊਗਾ ਤਾਂ ਸਾਡੇ ਦੇਸ਼ ਦਾ ਮੇਨ ਸਟ੍ਰੀਮ ਮੀਡੀਆ ਵੀ ਇਹਦੇ ਲਈ ਜ਼ਿੰਮੇਵਾਰ ਹੋਊਗਾ। ਤੇ ਫਿਰ ਨਾਲੇ ਜਦੋਂ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਡੈਮੋਕ੍ਰੇਸੀ ਖਤਮ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਟਾਰਗੇਟ ਵੀ ਮੀਡੀਆ ਹੁੰਦਾ। ਇਹਨਾਂ ਨੂੰ ਇਸ ਫਿਰ ਗੱਲ ਨੂੰ ਇਹ ਭੁੱਲਦੇ, ਫਿਰ ਡਿਬੇਟਾਂ ਨਹੀਂ ਹੋਣਗੀਆਂ। ਡਿਬੇਟਾਂ ਨਹੀਂ ਹੋਣਗੀਆਂ ਫਿਰ ਉਦੋਂ। ਬਿਲਕੁਲ ਜੀ, ਬਿਲਕੁਲ ਬਿਲਕੁਲ। ਹਾਂ, ਫਿਰ ਸਰਕਾਰੀ ਪ੍ਰੈਸ ਨੋਟ ਹੀ ਆਉਣਗੇ ਤੇ ਉਹ ਬੋਲਣਗੇ। ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਜਿਹਨਾਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਤੇ ਮੈਂ ਤੁਹਾਨੂੰ ਦੱਸਦਾ ਜੀ ਸੈਚਰਡੇ ਨੂੰ ਯਾਨੀ ਕਿ ਸ਼ਨੀਚਰਵਾਰ ਨੂੰ ਮਿਲਾਂਗੇ ਜੀ ਸਿੱਖ ਸੈਂਟਰ ਕੁਈਨਜ਼ ਵਿਲੇਜ 222 ਸਟਰੀਟ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ। ਤੇ ਤੁਸੀਂ ਬਾਈ ਜੀ ਚਰਨਜੀਤ ਸਿੰਘ ਸਮਰਾ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਨਿਊਯਾਰਕ ਦੇ ਵਿੱਚ 5167175795 ਦੇ ਉੱਤੇ ਕੋਆਰਡੀਨੇਟ ਕਰ ਰਹੇ ਨੇ ਸਾਰੇ ਵੀਰਾਂ ਨਾਲ ਮੁਲਾਕਾਤ ਕਰਨ ਦਾ। ਇਸ ਤੋਂ ਇਲਾਵਾ ਮੈਂ ਹੁਣ ਬੈਥਲਹੈਮ ਹੈ ਜੀ ਇੱਥੇ, ਤੇ ਤੁਸੀਂ ਮੈਂ ਬੈਥਲਹੈਮ ਦੇ ਵਿੱਚ ਮੇਰਾ ਨੰਬਰ ਅੱਜ ਹੈ ਉਹੀ ਹੈ ਜੀ ਪੁਰਾਣਾ 6612180098 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਹਮੇਸ਼ਾ ਹੀ ਜਿਹੜਾ ਸਾਥ ਦਿੰਦੇ ਹੋ। ਤੇ ਢਿੱਲੋਂ ਸਾਹਿਬ ਇੱਕ ਅਪਡੇਟ ਥੋੜੀ ਜਿਹੀ ਮੈਂ ਤੁਹਾਡੇ ਤੋਂ ਲੈਣੀ ਵੀ ਚਾਹੁੰਦਾ ਸੀ, ਸ਼ਾਇਦ ਤੁਹਾਡੇ ਕੋਲ ਹੈਗੀ ਜਾਂ ਨਹੀਂ। ਇੱਕ ਭਗਵੰਤ ਸਿੰਘ ਮਾਨ ਹੋਰਾਂ ਦੀ ਅੱਜ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਰਪਾਨ ਦੇ ਉੱਤੇ ਬੜੀ ਟਿੱਪਣੀ ਕੀਤੀ ਹੈ ਸਿਮਰਨਜੀਤ ਸਿੰਘ ਮਾਨ ਦੇ ਉੱਤੇ। ਜੇ ਹੈਗੀ ਤਾਂ ਉਹ ਵੀ ਗੱਲ ਕਰ ਦਿਓ ਕਿਉਂਕਿ ਕਾਫੀ ਚਰਚਾ ਹੋ ਰਹੀ ਹੈ ਇੱਥੇ ਅਮਰੀਕਾ ਦੇ ਵਿੱਚ, ਇਹ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ। ਬਿਲਕੁਲ ਜੀ, ਅੱਜ ਭਗਵੰਤ ਸਿੰਘ ਮਾਨ ਹੋਰੀ ਉਚੇਚੇ ਤੌਰ ਦੇ ਉੱਤੇ ਆਏ ਸੀ ਸੰਗਰੂਰ ਹਲਕੇ ਦੇ ਵਿੱਚ। ਭਦੌੜ ਤੋਂ ਉਹਨਾਂ ਨੇ ਆਪਣੀ ਸ਼ੁਰੂਆਤ ਕੀਤੀ ਸੀ, ਰੋਡ ਸ਼ੋਅ ਕੱਢਿਆ ਸਾਰੇ ਹਲਕੇ ਦੇ ਵਿੱਚ। ਔਰ ਇੱਕ ਥਾਂ ਦੇ ਉੱਤੇ ਇੱਕ ਪੜਾਅ ਦੇ ਉੱਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਹੋਰਾਂ ਤੇ ਬਾਕੀ ਸਾਰੀਆਂ ਪੋਲੀਟੀਕਲ ਪਾਰਟੀਆਂ 'ਤੇ ਉਹਨਾਂ ਨੇ ਗੱਲ ਕੀਤੀ ਹੈ। ਪਹਿਲੀ ਗੱਲ ਤਾਂ ਉਹਨਾਂ ਨੇ ਇਹ ਕੀਤੀ ਹੈ ਕਿ ਜਿਹੜੀ ਇਹ ਗੱਲ ਕਹਿੰਦੇ ਹੈ ਕਿ ਇਹ ਇਲੈਕਸ਼ਨ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਵਾਸਤੇ ਲੜੀ ਜਾ ਰਹੀ ਹੈ। ਉਹ ਕਹਿੰਦੇ ਵੀ ਇਸ ਗੱਲ ਦਾ ਮੈਨੂੰ ਜਵਾਬ ਦਿਓ ਕਿ ਕੀ ਕਿਸੇ ਦੇ ਪਾਰਲੀਮੈਂਟ ਮੈਂਬਰ ਬਣਨ ਦੇ ਨਾਲ ਬੰਦੀ ਸਿੰਘ ਰਿਹਾ ਹੋ ਜਾਣਗੇ? ਜੇ ਰਿਹਾ ਹੁੰਦੇ ਤਾਂ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਸ਼ਰੀਕੇ ਹਯਾਤ ਬੀਬੀ ਹਰਸਿਮਰਤ ਕੌਰ ਬਾਦਲ ਦੋਨੋਂ ਹੀ ਪਾਰਲੀਮੈਂਟ ਦੇ ਮੈਂਬਰ ਆ ਤੇ ਹੁਣ ਤੱਕ ਰਿਹਾ ਕਿਉਂ ਨਹੀਂ ਹੋ ਗਏ? ਲੇਕਿਨ ਆਪਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਨਾ ਉਹਨਾਂ ਨੇ ਉਹ ਰਿਹਾ ਹੋਏ ਹੈ ਬੰਦੀ ਸਿੰਘ ਉਹਨਾਂ ਦੀ ਵਜ੍ਹਾ ਕਾਰਨ, ਤੇ ਨਾ ਹੀ ਮਾਨ ਸਾਹਿਬ ਤੁਹਾਡੀ ਪਾਰਟੀ ਦੀ ਵਜ੍ਹਾ ਕਾਰਨ। ਕਿਉਂਕਿ ਜਿਸ ਵੇਲੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੰਜਾਬ ਤਬਦੀਲ ਕਰਨ ਦੀ ਗੱਲ ਹੋ ਰਹੀ ਸੀ, ਉਸ ਵੇਲੇ ਦੀ ਸਰਕਾਰ ਨੇ ਜਿਹੜੀ ਬਾਦਲ ਸਰਕਾਰ ਸੀ ਉਹਨਾਂ ਨੇ ਲਿਖ ਕੇ ਭੇਜ ਦਿੱਤਾ ਸੀ ਕਿ ਜੇ ਇਸ ਬੰਦੇ ਨੂੰ ਪੰਜਾਬ ਭੇਜਤਾ ਤਾਂ ਪੰਜਾਬ ਦੇ ਵਿੱਚ ਅੱਤਵਾਦ ਦੁਬਾਰਾ ਖੜਾ ਹੋ ਜਾਣਾ। ਦੂਜੀ ਗੱਲ, ਮਾਨਯੋਗ ਸਾਡੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਹੈ, ਮੈਂ ਮਾਨਯੋਗ ਇਸ ਕਰਕੇ ਕਹਿੰਦਾ ਕਿ ਕਈ ਵਾਰੀ ਬੰਦੇ ਨੇ ਕੋਈ ਚੰਗਾ ਕੰਮ ਕੀਤਾ ਹੋਵੇ ਤਾਂ ਉਹਦੀ ਇੱਜ਼ਤ ਕਰਨੀ ਬਣਦੀ ਹੈ। ਜਦੋਂ ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਉਤਸਵ ਆਇਆ ਸੀ ਤੇ ਉਸ ਵੇਲੇ ਉਹਨਾਂ ਨੇ ਇੱਕ ਫੈਸਲਾ ਲੈ ਲਿਆ ਸੀ। ਉਸ ਫੈਸਲੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਬੰਦੀ ਬੜੇ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੈਠੇ ਆ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਊਗਾ। ਔਰ ਇਹਦਾ ਬਕਾਇਦਾ ਗ੍ਰਹਿ ਵਿਭਾਗ ਨੇ ਇੱਕ ਚਿੱਠੀ ਲਿਖ ਕੇ ਰਾਜਾਂ ਨੂੰ ਕਿਹਾ ਸੀ ਕਿ ਤੁਸੀਂ ਇਹਨਾਂ ਨੂੰ ਰਿਹਾ ਕਰ ਦਿਓ। ਉਮੀਦ ਇਹ ਸੀ ਕਿ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਹੈਗੇ ਪੰਜਾਬ 'ਚ ਭਾਵੇਂ ਉਹ ਆ ਗਏ ਸੀ ਬਾਅਦ ਦੇ ਵਿੱਚ, ਉਹਨਾਂ ਨੂੰ ਹੁਣ ਰਿਹਾ ਕਰ ਦਿੱਤਾ ਜਾਊਗਾ। ਲੇਕਿਨ ਉਹਦੀ ਰਿਹਾਈ ਦੇ ਵਿੱਚ ਜੇ ਕੁਛ ਅੜਿੱਕਾ ਹੈ ਤਾਂ ਉਹ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੁੰਦਾ ਹੈ, ਉਹ ਸੈਂਟੈਂਸ ਰਿਵਿਊ ਬੋਰਡ ਦੇ ਚੇਅਰਮੈਨ ਸਾਹਿਬ ਉਹਦੇ ਵਿੱਚ ਜ਼ਿੰਮੇਵਾਰ ਹੈ। ਔਰ ਉਹਦੇ ਚੇਅਰਮੈਨ ਕੌਣ ਹੈ? ਉਹਦੇ ਚੇਅਰਮੈਨ ਹੈਗੇ ਮਿਸਟਰ ਸਤਿੰਦਰ ਜੈਨ ਦਿੱਲੀ ਦੇ, ਜਿਹੜੇ ਦਿੱਲੀ ਦੇ ਜੇਲ੍ਹਾਂ ਦਾ ਚਾਰਜ ਵੀ ਉਹਨਾਂ ਦੇ ਕੋਲੇ ਹੈ। ਤੇ ਅੱਜ ਕੱਲ੍ਹ ਸਤਿੰਦਰ ਜੈਨ ਹੋ ਰਹੀ ਹੈ ਜਿਹੜੇ ਉਹ ਜੇਲ੍ਹ ਦੇ ਵਿੱਚ ਹੈ ਕਿਉਂਕਿ ਉਹਨਾਂ ਨੂੰ ਵੀ ਈਡੀ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਉਹ ਜੇਲ੍ਹ ਦੇ ਵਿੱਚ ਬੈਠੇ ਹੋਏ ਹੈ। ਬੜੇ ਵਾਰੀ ਯਤਨ ਕੀਤਾ ਗਿਆ ਸੀ, ਜਿਹੜੇ ਸਾਡੀਆਂ ਸਿੱਖ ਸੰਸਥਾਵਾਂ ਉਹਨਾਂ ਨੇ ਮੰਗ ਕੀਤੀ ਸੀ ਕਿ ਤੁਸੀਂ ਜਿਹੜੀ ਹੈਗੀ ਆ ਅਗੇਤੀ ਰਿਹਾਈ ਦੇ ਦਿਓ ਭੁੱਲਰ ਸਾਹਿਬ ਨੂੰ, ਪਰ ਉਹਨਾਂ ਨੇ ਉਹਦੇ ਤੇ ਸਾਈਨ ਨਹੀਂ ਸੀ ਕੀਤੇ। ਭਗਵੰਤ ਸਿੰਘ ਮਾਨ ਨੂੰ ਵੀ ਮੈਮੋਰੰਡਮ ਦਿੱਤੇ। ਭਗਵੰਤ ਸਿੰਘ ਮਾਨ ਦਾ ਤੁਹਾਡੇ ਯਾਦ ਹੋਣਾ ਦਰਬਾਰ ਸਾਹਿਬ ਜਦੋਂ ਮੱਥਾ ਟੇਕਣ ਵਾਸਤੇ ਗਿਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਘਿਰਾਓ ਵੀ ਕੀਤਾ ਸੀ ਕੁਝ ਸਿੱਖ ਸੰਸਥਾਵਾਂ ਨੇ ਕਿ ਤੁਸੀਂ ਆਪਣੇ ਮਤਲਬ ਜਿਹੜੇ ਹੈਗੇ ਆ ਕੇਜਰੀਵਾਲ ਸਾਹਿਬ ਨੂੰ ਕਹੋ। ਔਰ ਕੇਜਰੀਵਾਲ ਸਾਹਿਬ ਨੂੰ ਵੀ ਬੜੀਆਂ ਬੇਨਤੀਆਂ ਕੀਤੀਆਂ ਸੀ, ਉਹ ਰਿਹਾ ਨਹੀਂ ਸੀ ਹੋਈ। ਇਹ ਗੱਲ ਠੀਕ ਹੈ ਕਿ ਪਾਰਲੀਮੈਂਟ ਦਾ ਮੈਂਬਰ ਬਣਨ ਨਾਲ ਕੋਈ ਰਿਹਾ ਨਹੀਂ ਹੁੰਦਾ, ਨਾ ਇਹਨਾਂ ਦੀ ਵਜ੍ਹਾ ਨਾਲ ਰਿਹਾ ਹੋਣਾ ਤੇ ਨਾ ਬਾਦਲਾਂ ਦੀ ਵਜ੍ਹਾ ਨਾਲ ਰਿਹਾ ਹੋਣਾ। ਪਰ ਉਹਨਾਂ ਨੇ ਜਿਹੜੀ ਗੱਲ ਦੇ ਉੱਤੇ ਗੱਲ ਕੀਤੀ ਨਾ, ਉਹ ਕਹਿੰਦੇ ਵੀ ਅਸੀਂ ਪਿਆਰ ਦੀ ਗੱਲ ਕਰਦੇ ਹਾਂ, ਪਰ ਮਾਨ ਸਾਹਿਬ ਕਹਿੰਦੇ ਵੀ ਉਹ ਕਿਰਪਾਨ ਦੀ ਗੱਲ ਕਰਦੇ ਆ। ਉਹ ਕਿਰਪਾਨ ਨਾਲ ਕੀ ਸੰਦੇਸ਼ ਦੇਣਾ ਚਾਹੁੰਦੇ ਆ? ਇਹ ਗੱਲ ਠੀਕ ਹੈ ਕਿ ਮਾਨ ਸਾਹਿਬ 1999 ਜਦੋਂ ਪਾਰਲੀਮੈਂਟ ਦੇ ਮੈਂਬਰ ਬਣੇ ਸੀ ਤੇ ਉਹਨਾਂ ਨੇ ਪਾਰਲੀਮੈਂਟ ਦੇ ਮੈਂਬਰ ਵਜੋਂ ਸਹੁੰ ਨਹੀਂ ਸੀ ਚੁੱਕੀ। ਕਿਉਂ ਨਹੀਂ ਚੁੱਕੀ ਸੀ? ਉਹ ਇਸ ਕਰਕੇ ਨਹੀਂ ਚੁੱਕੀ ਸੀ, ਉਹ ਕਹਿੰਦੇ ਸੀ ਕਿਰਪਾਨ ਜਿਹੜੀ ਸਿੱਖ ਇੱਕ ਜਿਹੜੇ ਸਾਬਤ ਸਬੂਤ ਸਿੱਖ ਦੇ ਕੋਲੇ ਗੁਰੂਆਂ ਦੇ ਕਹੇ ਦੇ ਮੁਤਾਬਕ ਉਹਦੀ
ਇੱਕ ਜਿਹੜੀ ਹੈਗੀ ਹੈ ਕਰਾਰ ਹੈ। ਉਹਦੇ 5 ਕਰਾਰਾਂ ਦੇ ਵਿੱਚੋਂ ਇੱਕ ਆ ਮੈਂ ਨਾਲ ਰੱਖੂੰਗਾ ਆਪਦੇ, ਤੇ ਮੈਂ ਨਾਲ ਤਾਂ ਜਾਊਂ ਜੇਲ੍ਹ ਦੇ ਵਿੱਚ, ਪਾਰਲੀਮੈਂਟ ਤਾਂ ਜਾਊਂਗਾ ਜੇ ਤੁਸੀਂ ਮੈਨੂੰ ਕਿਰਪਾਨ ਲੈ ਕੇ ਜਾਣ ਦਿਓਗੇ। ਸਪੀਕਰ ਨੇ ਇਜਾਜ਼ਤ ਨਹੀਂ ਦਿੱਤੀ, ਉਹ ਨਹੀਂ ਗਏ। ਉਹਨਾਂ ਨੇ ਆਪਣਾ 5 ਸਾਲ ਦਾ ਉਹ ਸਮਾਂ ਚਲੋ ਉਹਨਾਂ ਨੇ ਅਵੇਲ ਨਹੀਂ ਕੀਤਾ। ਉਹ ਤੋਂ ਬਾਅਦ 1999 ਦੇ ਵਿੱਚ ਉਹ ਪਾਰਲੀਮੈਂਟ ਦੇ ਮੈਂਬਰ ਬਣ ਗਏ ਸੀ, ਲੇਕਿਨ ਉਸ ਵੇਲੇ ਉਹ ਛੋਟੀ ਕਿਰਪਾਨ ਨਾਲ ਚਲੇ ਜਾਂਦੇ ਸੀ, ਉਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ। ਹੁਣ ਵੀ ਜੇ ਆਪਾਂ ਦੇਖੀਏ ਤਾਂ ਮਾਨ ਸਾਹਿਬ ਆਪਦੇ ਅਕਾਲੀ ਦਲ ਦੇ ਪ੍ਰਧਾਨ ਹੈ, ਔਰ ਉਹਨਾਂ ਦੇ ਹੱਥ ਦੇ ਵਿੱਚ ਕਿਰਪਾਨ ਹੁੰਦੀ ਹੈ। ਉਹਦੇ ਤੇ ਮੇਰਾ ਖਿਆਲ ਹੈ ਵੀ ਸਾਡਾ ਧਾਰਮਿਕ ਚਿੰਨ੍ਹ ਹੈ, ਇਹਦੇ ਤੇ ਕਿਸੇ ਨੂੰ ਵੀ ਟੀਕਾ ਟਿੱਪਣੀ ਕਰਨ ਦਾ ਅਧਿਕਾਰ ਨਹੀਂ। ਮਾਨ ਸਾਹਿਬ ਨੇ ਗੱਲ, ਭਾਵੇਂ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ, ਉਹਨਾਂ ਨੇ ਗੱਲ ਤਾਂ ਆਪਦੀ ਸਿਆਸਤ ਦੇ ਮੁਤਾਬਕ ਕੀਤੀ ਹੈ, ਲੇਕਿਨ ਮੇਰਾ ਖਿਆਲ ਹੈ ਵੀ ਕਈ ਵਾਰੀ ਇਸ ਕਿਸਮ ਦੀ ਜਿਹੜੀ ਬਿਆਨਬਾਜ਼ੀ ਹੈ ਉਹਦਾ ਪ੍ਰਤੀਕਰਮ ਬੜਾ ਉਲਟ ਹੋ ਜਾਂਦਾ ਹੈ। ਉਹਨਾਂ ਨੂੰ ਇਹ, ਕਿਉਂਕਿ ਪੰਜਾਬ ਦੇ ਸੱਭਿਆਚਾਰ ਬਾਰੇ, ਪੰਜਾਬ ਦੇ ਧਾਰਮਿਕ ਰਹੁ ਰੀਤੀ ਬਾਰੇ ਉਹ ਜਾਣਦੇ ਆ ਚੰਗੀ ਤਰ੍ਹਾਂ। ਬੋਲਣ ਤੋਂ ਪਹਿਲਾਂ ਤੋਲਣਾ ਚਾਹੀਦਾ, ਕਿਉਂਕਿ ਵੈਸੇ ਵੀ ਜੇ ਆਪਾਂ ਦੇਖੀਏ ਮਾਨ ਸਾਹਿਬ ਬਜ਼ੁਰਗ ਬੰਦੇ ਹੈ, ਉਹਨਾਂ ਦੇ ਪ੍ਰਤੀ ਅਪਸ਼ਬਦ ਤਾਂ ਕੋਈ ਵੀ ਨਹੀਂ ਬੋਲਦਾ ਇਸ ਵੇਲੇ। ਔਰ ਉਹ ਵੀ ਜੇ ਕੋਈ ਬੰਦਾ ਉਹਨਾਂ ਨੂੰ ਮਿਲੇ ਤਾਂ ਬੜੇ ਇੱਜ਼ਤ ਦਿੰਦੇ ਆ, ਬੰਦੇ ਨੂੰ ਸਤਿਕਾਰ ਦਿੰਦੇ ਹੈ। ਔਰ ਇਸ ਉਮਰ ਦੇ ਵਿੱਚ ਜਦੋਂ ਉਹਨਾਂ ਦੀ ਵੱਡੀ ਉਮਰ ਹੈਗੀ, ਉਹਨਾਂ ਦੇ ਬਾਰੇ ਇਸ ਕਿਸਮ ਦੇ ਸ਼ਬਦ ਨਹੀਂ ਸੀ ਬੋਲਣੇ ਚਾਹੀਦੇ। ਖੈਰ, ਇਹ ਉਹਨਾਂ ਦੀ ਮਰਜ਼ੀ ਹੈ ਜੀ। ਜੀ, ਤੇ ਹੁਣ ਗੱਲ ਕਰੀਏ ਕੇਜਰੀਵਾਲ ਸਾਹਿਬ ਦੀ। ਉਹ ਕਹਿੰਦੇ ਪੰਜਾਬ ਦੀ ਧਰਤੀ ਨੂੰ ਹੁਣ ਕਹਿੰਦੇ ਗੈਂਗਸਟਰ ਮੁਕਤ ਕਰਾਵਾਂਗੇ। ਪਹਿਲਾਂ ਨਸ਼ਾ ਮੁਕਤ ਕਰਾਉਂਦੇ ਸੀ, ਉਸ ਤੋਂ ਪਹਿਲਾਂ ਉਹਨਾਂ ਨੇ ਗੱਲ ਕੀਤੀ ਸੀ ਵੀ ਭ੍ਰਿਸ਼ਟਾਚਾਰ ਮੁਕਤ ਦੀਆਂ ਗੱਲਾਂ ਕਰਕੇ ਗਏ ਨੇ। ਕਰਜ਼ਾ ਮੁਕਤ ਵੀ ਸ਼ਾਇਦ ਅਗਲੀ ਵਾਰੀ ਕਹਿ ਦੇਣ। ਬਿਲਕੁਲ, ਵੈਸੇ ਤਾਂ ਜੋ ਕੁਛ ਉਹਨਾਂ ਨੇ ਕਿਹਾ, ਉਹ ਕਹਿੰਦੇ ਸੀ ਵੀ ਜਦੋਂ ਸਾਨੂੰ ਤੁਸੀਂ ਰਾਜ ਭਾਗ ਬਖਸ਼ ਦਿਓ ਤੇ ਨਾਲ ਦੀ ਨਾਲ ਅਸੀਂ ਸਾਰੇ ਕੰਮ ਕਰ ਦਿਆਂਗੇ। ਪਹਿਲਾਂ ਤਾਂ ਉਹਨਾਂ ਨੇ ਕਿਹਾ ਸੀਗਾ ਜੀ ਤੁਸੀਂ ਸਾਨੂੰ ਜਿਹੜੀ ਹੈਗਾ ਰਾਜ ਭਾਗ ਬਖਸ਼ੋ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਉਹਨਾਂ ਦੇ ਨਾਲ ਸੰਬੰਧਿਤ ਹੋਰ ਘਟਨਾਵਾਂ ਵਾਪਰੀਆਂ, ਉਹਨਾਂ ਸਾਰਿਆਂ ਦੀ ਜਾਂਚ ਮੁਕੰਮਲ ਹੋ ਚੁੱਕੀ ਹੈ। ਕੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਦਾ ਨਤੀਜਾ ਕੱਢ ਦਿੱਤਾ ਹੈ, ਉਹਨਾਂ ਦਾ ਪੂਰਾ ਮੁਕੰਮਲ ਹੋ ਚੁੱਕਾ ਹੈ। ਤੇ ਜਿੱਦਾਂ ਰਾਜ ਭਾਗ ਆ ਗਿਆ, 24 ਘੰਟਿਆਂ ਦੇ ਵਿੱਚ ਅਸੀਂ ਬੰਦਿਆਂ ਦੀ ਸ਼ਨਾਖਤ ਕੀਤੀ ਹੋਈ ਹੈ, ਫੜ ਕੇ ਉਹਨਾਂ ਨੂੰ ਅੰਦਰ ਕਰ ਦਿਆਂਗੇ। ਪਰ ਸਰਕਾਰ ਬਣੀ ਨੂੰ ਤਾਂ 3 ਮਹੀਨੇ ਹੋ ਗਏ ਤੇ ਉਹ ਨਵੀਂ ਚੋਣ ਵੀ ਲੜਨ ਵਾਸਤੇ ਆ ਗਏ ਹੈ। ਅਜੇ ਤੱਕ ਕਿਸੇ ਬੰਦੇ ਨੂੰ ਕੋਈ ਅੰਦਰ ਨਹੀਂ ਕੀਤਾ। ਇਹਦੇ ਨਾਲ ਹੀ ਉਹ ਇਹ ਵੀ ਕਹਿੰਦੇ ਹੁੰਦੇ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦਿਆਂਗੇ, ਕਿਸੇ ਨੂੰ ਨਹੀਂ ਕੀਤਾ। ਉਹ ਇਹ ਵੀ ਕਹਿੰਦੇ ਹੁੰਦੇ ਸੀ ਕਿ ਹਰ ਬੀਬੀ ਦੇ ਖਾਤੇ ਦੇ ਵਿੱਚ 1000 ਰੁਪਈਆ ਆ ਜਾਇਆ ਕਰੂਗਾ, ਕਿ ਕੋਈ ਚੁੱਲ੍ਹਾ ਉਹਨੇ ਚਲਾਉਣਾ ਹੁੰਦਾ, ਉਹ ਵੀ ਨਹੀਂ ਅਜੇ ਤੱਕ ਆਇਆ। ਹਾਂ, ਗਰੰਟੀਆਂ ਉਹਨਾਂ ਨੇ ਬਹੁਤ ਸਾਰੀਆਂ ਦੇ ਦਿੱਤੀਆਂ ਸੀ, ਗਰੰਟੀ ਤੇ ਕਿਸੇ ਤੇ ਕੋਈ ਅਮਲ ਨਹੀਂ ਹੋਇਆ। ਜੇ ਕਿਸੇ ਗੱਲ ਦੇ ਉੱਤੇ ਹੋਇਆ ਤਾਂ ਜਿਹੜਾ ਨਵਾਂ ਵਿੱਚੋਂ ਗੱਲ ਕੱਢ ਲੈਂਦੇ ਆ, ਜਿਵੇਂ ਹੁਣ ਆਹ ਹੋ ਗਿਆ। ਕਿਉਂਕਿ ਇਸ ਵੇਲੇ ਜਿਹੜੀ ਗੈਂਗਸਟਰਾਂ ਦੀ ਕਾਰਵਾਈ ਹੈ, ਇਕੱਲੀ ਆਪਾਂ ਕਹਿ ਦਈਏ ਪੰਜਾਬ ਦੀ ਕਾਰਵਾਈ ਨਹੀਂ, ਇਹ ਬਹੁਤ ਦੂਰ ਤੱਕ ਦੀ ਹੈ। ਸਿੱਧੂ ਮੂਸੇਵਾਲੇ ਦਾ ਕਤਲ ਕਿਉਂ ਹੋਇਆ, ਇਹਦੇ ਵਿੱਚੋਂ ਗੱਲਾਂ ਹੁਣ ਪੁਣਛਣ ਕੇ ਸਾਹਮਣੇ ਆ ਰਹੀਆਂ ਕਿ ਇੱਕ ਕਾਰਨ ਇਹ ਵੀ ਸੀ ਕਿ ਉਹ ਤੋਂ ਮੋਟੀ ਫਰੌਤੀ ਮੰਗੀ ਗਈ ਸੀ। ਤੇ ਜਦੋਂ ਅਸੀਂ ਫਰੌਤੀ ਦੀ ਗੱਲ ਕਰਦੇ ਹਾਂ ਦਾਨੇਵਾਲੀਆ ਸਾਹਿਬ, ਤੁਹਾਨੂੰ ਪਤਾ ਹੈ ਸਭ ਤੋਂ ਪਹਿਲਾਂ ਕਲਾਕਾਰਾਂ ਤੋਂ ਫਰੌਤੀਆਂ ਲੈਣ ਦਾ ਕੰਮ ਜਿਹੜਾ ਹੈ ਇਹ ਬੰਬੇ ਤੋਂ ਸ਼ੁਰੂ ਹੋਇਆ ਸੀ। ਫਿਲਮੀ ਕਲਾਕਾਰਾਂ ਤੋਂ ਗੈਂਗਸਟਰ ਜਿਹੜੇ ਹੈਗੇ, ਜਿਹੜੇ ਬਦਮਾਸ਼ ਆ, ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਉਹ ਫਰੌਤੀਆਂ ਲੈਂਦੇ ਹੁੰਦੇ ਸੀ। ਹੁਣ ਕਿਉਂਕਿ ਜਿਹੜਾ ਇਸ ਵੇਲੇ ਹੈੱਡਕੁਆਟਰ ਜਿਹੜਾ ਹੈਗਾ ਗੈਂਗਸਟਰਾਂ ਦਾ ਕਿਹੜਾ ਹੈ, ਸਭ ਤੋਂ ਵੱਡਾ ਗੈਂਗਸਟਰ ਇਸ ਵੇਲੇ ਦਿੱਲੀ ਦੀ ਤਿਹਾੜ ਜੇਲ੍ਹ ਹੈ। ਪੰਜਾਬ ਦੇ ਕਈ ਸਾਰੇ ਗੈਂਗਸਟਰ ਜਿਨ੍ਹਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਵੀ ਹੈ, ਇਹਨਾਂ ਨੇ ਦਿੱਲੀ ਦੀ ਜੇਲ੍ਹ ਦੇ ਵਿੱਚ ਰਹਿਣ ਵਾਸਤੇ, ਤਿਹਾੜ ਜੇਲ੍ਹ ਦੇ ਵਿੱਚ ਰਹਿਣ ਵਾਸਤੇ ਕਹਿੰਦੇ ਆ ਕਿ ਮੋਟਾ ਖਰਚਾ ਕਰਕੇ ਆਪਦੇ ਤੇ ਮਕੋਕਾ ਵਰਗੇ ਕਾਨੂੰਨ ਲਵਾਏ ਹੈ। ਕਿਉਂਕਿ ਜੇ ਮਕੋਕਾ ਲੱਗੂਗਾ ਤਾਂ ਮਕੋਕਾ ਪੰਜਾਬ 'ਚ ਤਾਂ ਹੈ ਨਹੀਂਗਾ, ਮਕੋਕਾ ਵਾਲੇ ਮੁਲਜ਼ਮ ਨੂੰ ਫਿਰ ਉੱਥੇ ਰੱਖਣਾ ਪਊਗਾ ਤੇ ਉੱਥੇ ਰਹਿੰਦੇ ਹੈ। ਵੱਡੀ ਗੱਲ ਇਹ ਹੈ ਕਿ ਉਹ ਕਹਿੰਦੇ ਆ ਜੀ ਜਿਹੜੇ ਇਹ ਗੈਂਗਸਟਰ ਸੀਗੇ, ਗੈਂਗਸਟਰ ਪਿਛਲੀਆਂ ਸਰਕਾਰਾਂ ਨੇ ਪੈਦਾ ਕੀਤੇ ਹੋਏ, ਅਕਾਲੀਆਂ ਨੇ ਤੇ ਕਾਂਗਰਸੀਆਂ ਨੇ। ਅਸੀਂ ਨਹੀਂ ਮੁਨਕਰ ਕਰ ਹੋ ਸਕਦੇ, ਕਿਉਂਕਿ ਇਹ ਗੱਲ ਤਾਂ ਸੁਖਜਿੰਦਰ ਰੰਧਾਵਾ ਵੀ ਕਹਿ ਚੁੱਕਾ ਹੈ ਕਿ ਏਜੰਸੀਆਂ ਵਾਲੇ ਜਿਹੜੇ ਹੈਗੇ ਇਹਨਾਂ ਨੂੰ ਟੈਲੀਫੋਨ ਵਗੈਰਾ ਮੁਹੱਈਆ ਕਰਾਉਂਦੇ ਆ ਗੈਂਗਸਟਰਾਂ ਨੂੰ, ਔਰ ਏਜੰਸੀਆਂ ਹੀ ਇਹਨਾਂ ਨੂੰ ਪ੍ਰਮੋਟ ਕਰਦੀਆਂ, ਤੇ ਏਜੰਸੀਆਂ ਤਾਂ ਸਰਕਾਰ ਦੀਆਂ ਹੁੰਦੀਆਂ। ਸਰਕਾਰ ਦੀ ਮਰਜ਼ੀ ਤੋਂ ਬਗੈਰ ਤਾਂ ਉਹ ਕੰਮ ਕਰ ਨਹੀਂ ਸਕਦੇ। ਇਹ ਗੱਲ ਉਹਨਾਂ ਦੀ ਆਪਦੀ ਥਾਂ ਤੇ ਠੀਕ ਹੈ, ਪਰ ਉਹ ਕਹਿੰਦੇ ਵੀ ਹੁਣ ਨਹੀਂ, ਕਹਿੰਦੇ ਇਹ ਤੋਂ ਬਾਅਦ ਤਾਂ ਸਾਡੀ ਸਰਕਾਰ ਬਣ ਗਈ, ਅਸੀਂ ਤਾਂ ਨੇੜੇ ਨਹੀਂ ਆਉਣ ਦਿੰਦੇ। ਸਵਾਲ ਇਹ ਵੱਡਾ ਪੈਦਾ ਹੁੰਦਾ ਕਿ ਜਿਹੜੀ ਯੋਜਨਾ ਬਣਦੀ ਹੈ ਪੰਜਾਬ ਦੇ ਵਿੱਚ ਕੁਛ ਕਰਨ ਵਾਸਤੇ, ਜਾਂ ਖਾਸ ਕਰਕੇ ਸਿੱਧੂ ਮੂਸੇਵਾਲੇ ਦੀ ਯੋਜਨਾ ਕਿੱਥੇ ਬਣੀ ਹੈ, ਉਹ ਤਾਂ ਤਿਹਾੜ ਜੇਲ੍ਹ 'ਚ ਬਣੀ ਹੈ। ਤੇ ਤਿਹਾੜ ਜੇਲ੍ਹ ਦਾ ਕੰਟਰੋਲ ਉਹ ਭਾਰਤ ਸਰਕਾਰ ਕੋਲੇ ਨਹੀਂ ਜੀ, ਉਹ ਦਿੱਲੀ ਸਰਕਾਰ ਕੋਲੇ ਹੈ। ਦਿੱਲੀ ਸਰਕਾਰ ਕੋਲੇ ਇਹਨਾਂ ਨੇ ਉਹਨੂੰ ਇਹਨਾਂ ਨੇ ਜਿਹੜਾ ਹੈਗਾ ਉਹਨਾਂ ਤੋਂ ਗੈਂਗਸਟਰ ਮੁਕਤ ਕਿਉਂ ਨਹੀਂ ਕੀਤਾ। ਹੁਣ ਲੋਕ ਤਾਂ ਇਹ ਗੱਲ ਕਹਿੰਦੇ ਆ ਕਿ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਸਾਡੇ ਤਾਂ ਇਕੱਲੇ ਮੋਬਾਈਲਾਂ ਦੀ ਲੜਾਈ ਹੈ ਕਿ ਮੋਬਾਈਲ ਹੈ, ਉੱਥੇ ਤਾਂ ਕਹਿੰਦੇ ਜੀ ਜਿਹੜੇ ਹੈਗੇ ਤੁਹਾਡੇ ਕੀ ਆ ਹੁੰਦੇ ਆ ਉਹਨੂੰ ਆਪਣੇ ਕੰਪਿਊਟਰਾਂ ਨੂੰ ਕੀ ਕਹਿੰਦੇ ਆਪਾਂ, ਆਹ ਜਿਹੜਾ ਹੁੰਦਾ ਲੈਪਟਾਪ ਵੀ ਉਹਨਾਂ ਨੇ ਰੱਖੇ ਹੋਏ ਹੈ। ਜੇ ਲੈਪਟਾਪ ਤੱਕ ਦੇ ਵੀ ਰੱਖੇ ਹੋਏ ਆ, ਔਰ ਉਹ ਬੰਦੇ ਉੱਥੇ ਬੈਠ ਕੇ ਪਲੈਨਿੰਗ ਕਰਦੇ ਇੱਕ ਨਾਮਵਰ ਗਾਇਕ ਨੂੰ ਖਤਮ ਕਰਨ ਦੀ, ਔਰ ਉਹਨੂੰ ਹੁਣ ਇੱਥੇ ਪੰਜਾਬ ਦੇ ਵਿੱਚ ਲਿਆਂਦਾ ਗਿਆ
ਤੇ ਕਿਸ ਕਿਸ ਮੂੰਹ ਨਾਲ ਕਹਿੰਦੇ ਆ। ਹੁਣ ਅਗਲੀ ਗੱਲ ਦੇਖੋ ਕਿ ਕੱਲ ਕੇਜਰੀਵਾਲ ਸਾਹਿਬ ਜਦੋਂ ਆਏ ਆ, ਕਾਹਦੀ ਖਾਤਰ ਆਏ ਸੀ? ਉਹ ਆਏ ਸੀ ਇੱਥੋਂ ਜਿਹੜੀਆਂ ਬੱਸਾਂ ਨੂੰ ਝੰਡੀ ਦੇਣ ਵਾਸਤੇ ਕਿ ਜੀ ਉਹ ਹਵਾਈ ਅੱਡੇ ਤੱਕ ਪਹੁੰਚਿਆ ਕਰਨੀਆਂ। ਠੀਕ ਹੈ, ਬਹੁਤ ਵਧੀਆ ਗੱਲ ਹੈ, ਉਹਨਾਂ ਨੇ ਕੀਤਾ। ਪਰ ਦਾਨੇਵਾਲੀਆ ਸਾਹਿਬ ਉਹਦੇ ਨਾਲ ਇੱਕ ਜਿਹੜੀ ਸਭ ਤੋਂ ਵੱਡੀ ਉਲੰਘਣਾ ਹੋਈ ਹੈ, ਜਿਹਦੇ ਵੱਲ ਧਿਆਨ ਨਹੀਂ ਗਿਆ ਅਜੇ ਤੱਕ ਅਖਬਾਰਾਂ ਵਾਲੇ ਦਾ, ਉਹ ਉਲੰਘਣਾ ਇਹ ਹੋਈ ਹੈ ਕਿ ਇਹਨਾਂ ਨੇ ਕਿਹਾ ਸੀ ਅਸੀਂ VIP ਕਲਚਰ ਖਤਮ ਕਰ ਦਿਆਂਗੇ। ਤੇ ਕੱਲ ਪ੍ਰਾਈਵੇਟ ਗੱਡੀ ਤਾਂ ਕੋਈ ਵੜਨੀ ਨਹੀਂ ਦਿੱਤੀ ਜਲੰਧਰ ਦੇ ਬੱਸ ਅੱਡੇ 'ਚ। ਅੱਛਾ ਜੀ। ਮਤਲਬ ਜਿਹੜੇ ਇੰਨੀ ਗਰਮੀ ਦੇ ਵਿੱਚ ਬੱਚਿਆਂ ਨੂੰ ਲੈ ਕੇ, ਔਰਤਾਂ ਨੂੰ ਚੱਲਣਾ ਮੁਸ਼ਕਿਲ ਸੀ, ਬਜ਼ੁਰਗਾਂ ਨੂੰ, ਬੱਚਿਆਂ ਨੂੰ, ਸਾਰਿਆਂ ਨੂੰ, ਪੜ੍ਹਿਆਂ ਨੂੰ ਕਿੰਨਾ ਮੁਸ਼ਕਿਲ ਹੋਊਗਾ ਜਦੋਂ ਉਹਨਾਂ ਨੂੰ ਬਾਹਰ ਦੀ ਬਾਹਰ ਹੈ। ਕਿਸੇ ਆਟੋ ਰਿਕਸ਼ਾ ਨੂੰ ਇਹ ਤਾਂ ਕਹਿੰਦੇ ਸਿਕਿਉਰਿਟੀ, ਇਹ ਤਾਂ ਕਹਿੰਦੇ ਸਾਨੂੰ ਤਾਂ ਸਿਕਿਉਰਿਟੀ ਦੀ ਲੋੜ ਨਹੀਂ, ਇਹਨਾਂ ਦੇ ਤਾਂ ਬੱਸ ਅੱਡਾ ਹੀ ਫਿਰ ਖਾਲੀ ਕਰਾ ਲਿਆ। ਨਹੀਂ ਜੀ, ਨਹੀਂ, ਤੁਸੀਂ ਹੋਰ ਦੇਖੋ, ਕੱਲ ਤਾਂ ਕਹਿੰਦੇ ਸਾਨੂੰ ਸਿਕਿਉਰਿਟੀ ਦੀ ਲੋੜ ਨਹੀਂ, ਪਰ ਸਿਕਿਉਰਿਟੀ ਦਾ ਪ੍ਰਬੰਧ ਕਿੱਥੋਂ ਤੱਕ ਕੀਤਾ? ਅੱਜ ਮੈਨੂੰ ਪਤਾ ਲੱਗਿਆ ਕਿ ਜਿਹੜੇ ਆਲੇ ਦੁਆਲੇ ਦੀਆਂ ਦੁਕਾਨਾਂ ਵੀ ਬੰਦ ਕਰਵਾਤੀਆਂ ਸੀ, ਰਿਕਸ਼ੇ ਵੀ ਉੱਥੋਂ ਭਜਾਤੇ ਸੀ। ਇੱਥੋਂ ਤੱਕ ਕਿ ਜਿਹੜਾ ਬੰਦਾ ਇੱਕ ਪਰੌਠੇ ਪਕਾ ਕੇ, ਰੋਟੀਆਂ ਪਕਾ ਕੇ ਆਪਦੇ ਪਰਿਵਾਰ ਦੇ ਚੁੱਲ੍ਹੇ ਦਾ ਪ੍ਰਬੰਧ ਕਰਦਾ ਹੁੰਦਾ ਸੀ ਤੇ ਲੋਕਾਂ ਨੂੰ ਰੋਟੀ ਪ੍ਰੋਵਾਈਡ ਕਰਦਾ ਹੁੰਦਾ ਸੀ, ਉਹਨੂੰ ਵੀ ਉਠਾਤਾ। ਪਰ ਨਾਲ ਇੱਕ ਦਿਲਚਸਪ ਗੱਲ ਤੁਹਾਨੂੰ ਮੈਂ ਹੋਰ ਦੱਸਾਂ, ਕਹਿੰਦੇ ਜੀ ਪੰਜਾਬ ਤੋਂ ਅਸੀਂ ਨਸ਼ੇ ਖਤਮ ਕਰ ਦਿਆਂਗੇ, ਪਰ ਸ਼ਰਾਬ ਦਾ ਠੇਕਾ ਖੁੱਲ੍ਹਾ ਸੀ। ਅੱਛਾ, ਸ਼ਰਾਬ ਦਾ ਠੇਕਾ ਖੁੱਲ੍ਹਾ ਸੀ। ਸ਼ਰਾਬ ਦਾ ਠੇਕਾ ਖੁੱਲ੍ਹਾ ਸੀ, ਬਾਕੀ ਸਾਰਾ ਕੁਝ ਬੰਦ ਸੀ। ਸ਼ਰਾਬ ਦਾ ਠੇਕਾ ਖੁੱਲ੍ਹਾ ਸੀ, ਬੱਸ ਅੱਡਾ ਬੰਦ ਸੀ, ਸਾਰਾ ਕੁਝ ਬੰਦ ਸੀ। ਸ਼ਰਾਬ ਦਾ ਠੇਕਾ ਇਕੱਲਾ ਖੁੱਲ੍ਹਾ ਸੀ ਤੇ ਰੋਟੀ ਜਿਹੜੀ ਬੰਦੇ ਦੀ, ਹਰ ਬੰਦੇ ਦੀ ਜ਼ਰੂਰਤ ਹੈ, ਉਹ ਰੋਟੀਆਂ ਬਣਾਉਣ ਵਾਲਾ ਜਿਹੜਾ ਸੀ, ਪਰੌਠੇ ਪਕਾਉਣ ਵਾਲਾ, ਉਹ ਵੀ ਉਠਾਤਾ ਸੀ। ਸੋ ਇਹ ਗੱਲਾਂ ਕਹਿਣ ਦੀਆਂ ਹੋਰ ਹੈ ਜੀ, ਕਮਾਉਣ ਦੀਆਂ ਹੋਰ ਹੈ। ਤੁਸੀਂ ਇਹ ਦੇਖੋ ਕਿ ਕਹਿੰਦੇ ਸੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ। ਜਿਹੜਾ ਬੇਅਦਬੀ ਵਾਲਾ ਕੇਸ ਸੀ, ਜਿਹੜੀ ਚਾਰਜ ਸ਼ੀਟ ਤਿਆਰ ਕੀਤੀ ਸੀ ਆਪਣੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ, ਉਹ ਚਾਰਜ ਸ਼ੀਟ ਹਾਈ ਕੋਰਟ ਦੇ ਵਿੱਚੋਂ ਰੱਦ ਕਿਉਂ ਹੋਈ ਸੀ? ਰੱਦ ਇਸ ਕਰਕੇ ਹੋਈ ਸੀ ਕਿ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ, ਉਹ ਸੀਗੀ 5 ਮੈਂਬਰੀ। 5 ਮੈਂਬਰੀ ਟੀਮ ਦਾ ਮੁਖੀ ਸੀ ਪ੍ਰਬੋਧ ਕੁਮਾਰ, ਜਿਹੜਾ ਇਸ ਵੇਲੇ DGP ਇੰਟੈਲੀਜੈਂਸ ਹੈ। ਦੂਜਾ ਮੈਂਬਰ ਸੀ ਜੀ ਉਹਦਾ ਅਰਨਪਾਲ ਸਿੰਘ, ਜਿਹੜਾ ਇਸ ਵੇਲੇ ਆਪਣਾ ਤੁਹਾਡਾ ਅੰਮ੍ਰਿਤਸਰ ਸਾਹਿਬ ਦਾ ਕਮਿਸ਼ਨਰ, ਹਾਂਜੀ, ਉਹਦਾ ਕਮਿਸ਼ਨਰ ਹੈ। ਔਰ ਇਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਜੋ ਦਸਤਖਤ ਨਹੀਂ ਕੀਤੇ, ਕੈਪਟਨ ਅਮਰਿੰਦਰ ਸਿੰਘ ਨੇ ਉਹਦੀ ਬਦਲੀ ਕਰਤੀ ਸੀ। ਪ੍ਰਬੋਧ ਕੁਮਾਰ ਨੂੰ ਕਿਤੇ ਖੂੰਜੇ ਲਾਤਾ ਸੀ। ਇਹਨਾਂ ਦੀ ਸਰਕਾਰ ਆ ਗਈ, ਇਹਨਾਂ ਨੇ ਚੱਕ ਕੇ ਆ ਕੇ ਉਹਨੂੰ ਇੰਟੈਲੀਜੈਂਸ ਦਾ ਚੀਫ ਤੇ ਅਰਨਪਾਲ ਸਿੰਘ ਨੂੰ ਲਾ ਦਿੱਤਾ ਅੰਮ੍ਰਿਤਸਰ ਸਾਹਿਬ ਦਾ ਕਮਿਸ਼ਨਰ, ਗੁਰੂ ਕੀ ਨਗਰੀ ਦਾ ਕਮਿਸ਼ਨਰ ਲਾਤਾ। ਔਰ ਇਹ ਗੱਲ ਆਪਾਂ ਨਹੀਂ ਕਹਿ ਰਹੇ, ਇਹ ਜਿਹੜੀ ਹੈਗੀ ਆਪਣੇ ਫੇਸਬੁੱਕ ਦੇ ਉੱਤੇ ਬਕਾਇਦਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪਾਈ ਹੈ ਕਿ ਜੀ ਇਹ ਤਾਂ ਬੰਦੇ ਜਿਹੜੇ ਹੈਗੇ, ਸਾਡਾ ਤਾਂ ਇਹਨਾਂ ਨੇ ਕੇਸ ਹੀ ਖਰਾਬ ਕਰਤਾ, ਇਹ ਬੰਦੇ ਠੀਕ ਨਹੀਂ, ਇਹਨਾਂ ਨੂੰ ਤੁਸੀਂ ਅਹਿਮ ਥਾਵਾਂ ਤੇ ਕਿਉਂ ਲਾਏ ਆ? ਤੇ ਉਹ ਤਾਂ ਲੱਗੇ ਵੀ ਉਵੇਂ ਦੇ ਉਵੇਂ। ਇਹ ਸਥਿਤੀ ਹੈ। ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ ਜੀ, ਕਮਾਉਣ ਦੀਆਂ ਹੋਰ ਹੁੰਦੀਆਂ ਜੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਤੁਸੀਂ ਮੇਰੇ ਨਾਲ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ ਤੇ ਮੈਂ ਤੁਹਾਡੇ ਨਾਲ ਬੈਥਲਹੈਮ ਤੋਂ ਜੁੜਿਆ ਹੋਇਆ। ਸੋ ਜਿਹੜੇ ਵੀਰ ਮੇਰੇ ਨਾਲ ਇੱਥੇ ਬੈਥਲਹੈਮ ਦੇ ਨੇੜੇ ਤੇੜੇ ਮਿਲਣਾ ਚਾਹੁੰਦੇ ਨੇ, ਉਹ ਸੰਪਰਕ ਕਰ ਲਓ ਜੀ 6612180098 ਦੇ ਉੱਤੇ। ਸੋ ਢਿੱਲੋਂ ਸਾਹਿਬ, ਹੁਣ ਅਗਲੀ ਗੱਲ ਕਰੀਏ ਰਾਸ਼ਟਰਪਤੀ ਦੀ ਚੋਣ। ਦੇਖੋ, ਲੋਕ ਸਭਾ ਦੇ ਵਿੱਚ ਤਾਂ ਜੀ ਕਮਲ ਦਾ ਫੁੱਲ ਜਿਹੜਾ ਪੂਰਾ ਕਾਬਜ ਹੈ ਹਰ ਗੱਦੀ ਦੇ ਉੱਤੇ, ਤੇ ਰਾਜ ਸਭਾ ਵੱਲ ਵੀ ਵੱਧਦੇ ਜਾ ਰਹੇ ਨੇ, ਪਰ ਦੂਸਰੇ ਪਾਸੇ ਇਹਦੀ ਚੋਣ ਦੇ ਕੀ ਰੂਪ ਰੇਖਾ ਬਣਦੀ ਨਜ਼ਰ ਆ ਰਹੀ ਹੈ? ਦੇਖੋ, ਗੱਲ ਇੱਕ ਇਹ ਹੈ ਕਿ 2 ਵੱਡੇ ਗਰੁੱਪ ਹੈ। ਇੱਕ ਦਾ ਨਾਂ ਹੈਗਾ NDA, ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ, ਜਿਹਦੀ ਅਗਵਾਈ ਭਾਰਤੀ ਜਨਤਾ ਪਾਰਟੀ ਕਰਦੀ ਹੈ। ਦੂਜਾ ਹੈਗਾ UPA, ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ, ਜਿਹਦੀ ਅਗਵਾਈ ਕਾਂਗਰਸ ਪਾਰਟੀ ਕਰਦੀ ਹੈ। ਦੋਨਾਂ ਹੀ ਧਿਰਾਂ ਦੇ ਕੋਲੇ ਇੱਕ ਰਾਸ਼ਟਰਪਤੀ ਬਣਨ ਵਾਸਤੇ ਰਾਸ਼ਟਰਪਤੀ ਨੂੰ ਜਿੰਨੀਆਂ ਵੋਟਾਂ ਚਾਹੀਦੀਆਂ, ਕਿਸੇ ਵੀ ਧਿਰ ਕੋਲੇ ਵੋਟਾਂ ਹੈ ਨਹੀਂ। ਨਾ ਤਾਂ ਭਾਰਤੀ ਜਨਤਾ ਪਾਰਟੀ ਵਾਲੇ ਗੱਠਜੋੜ ਕੋਲੇ ਹੈ ਔਰ ਨਾ ਹੀ ਕਾਂਗਰਸ ਪਾਰਟੀ ਵਾਲੇ ਗੱਠਜੋੜ ਕੋਲੇ ਹੈ। ਔਰ ਇਹਨਾਂ ਦੀ ਜਿਹੜੀ ਰਾਸ਼ਟਰਪਤੀ ਦੀ ਅਗਲੀ ਚੋਣ ਹੈ ਜਿਹੜੀ, ਉਹਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਜਿਹੜੀ ਹੋਣੀ ਹੈ, ਉਹ ਭੂਮਿਕਾ ਹੋਣੀ ਹੈ ਰੀਜਨਲ ਪਾਰਟੀਆਂ ਦੀ, ਖੇਤਰੀ ਪਾਰਟੀਆਂ ਦੀ। ਸੋ ਭਾਰਤੀ ਜਨਤਾ ਪਾਰਟੀ ਦੀ ਇਸ ਵੇਲੇ ਕੋਸ਼ਿਸ਼ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਤੇ ਆਮ ਸਹਿਮਤੀ ਬਣਾ ਲਈ ਜਾਵੇ, ਸਾਰੀਆਂ ਧਿਰਾਂ ਨੂੰ ਬਣਾ ਲਿਆ ਜਾਵੇ ਕਿ ਚੋਣ ਕਰਵਾਈ ਨਾ ਜਾਵੇ ਕਿਸੇ ਇੱਕ ਸ਼ਖਸੀਅਤ ਦੇ ਉੱਤੇ। ਸਾਰੇ ਬੰਦੇ ਆਪਣੀ ਸਹਿਮਤੀ ਪ੍ਰਗਟ ਕਰ ਦੇਣ ਤੇ ਉਹਨੂੰ ਰਾਸ਼ਟਰਪਤੀ ਦੇ ਅਹੁਦੇ ਤੇ ਲਾ ਦਿੱਤਾ ਜਾਵੇ। ਇਹਦੇ ਲਈ ਜਿਹੜੀ ਹੈਗੀ ਹੈ, ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਇੱਕ ਕਮੇਟੀ ਦਾ ਗਠਨ ਕੀਤਾ, ਖਾਸ ਕਰਕੇ ਸਰਕਾਰ ਵਾਲੇ ਪਾਸੋਂ ਗਠਨ ਕੀਤਾ ਆਪਣੇ ਮੁੱਖ ਪ੍ਰਧਾਨ ਮੰਤਰੀ ਸਾਹਿਬ ਨੇ। ਉਹਦੇ ਜਿਹੜੇ ਵਿੱਚ 2 ਲੀਡਰ ਹੈ, ਇੱਕ ਤਾਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਹੈ JP ਨੱਡਾ ਸਾਹਿਬ, ਤੇ ਦੂਜੇ ਹੈਗੇ ਸਾਡੇ ਰੱਖਿਆ ਮੰਤਰੀ ਰਾਜਨਾਥ ਸਿੰਘ। ਇਹਨਾਂ ਨੂੰ ਕਿਹਾ ਕਿ ਤੁਸੀਂ ਦੂਜੀਆਂ ਪਾਰਟੀਆਂ ਦੇ ਨਾਲ ਹੁਣ ਤੱਕ ਤੁਹਾਨੂੰ ਤਾਲਮੇਲ ਕਰ ਲੈਣਾ ਚਾਹੀਦਾ, ਬਣਾ ਕੇ ਤੇ ਆਪਾਂ ਇੱਕ ਰਾਏ ਬਣਾ ਲਈਏ।
ਮੈਨੂੰ ਜਿਹੜੀ ਹੁਣ ਜੀ ਤੱਕ ਦੀ ਜਾਣਕਾਰੀ ਮਿਲੀ ਹੈ ਉਹਦੇ 'ਚ ਹੈ ਕਿ ਰਾਜਨਾਥ ਸਿੰਘ ਹੋਰਾਂ ਨੇ ਸ਼ਰਦ ਪਵਾਰ ਜਿਹੜੇ NCP ਦੇ ਮੁਖੀ ਹੈ ਔਰ ਕਾਂਗਰਸ ਜੀ ਪਾਰਟੀ ਦੇ ਲੀਡਰ ਹੈ ਜਿਹੜੇ ਮਲਕ ਅਰਜੁਨ ਖੜਗੇ, ਮਮਤਾ ਜੀ ਬੈਨਰਜੀ, ਅਖਿਲੇਸ਼ ਸਿੰਘ ਯਾਦਵ ਸਮਾਜਵਾਦੀ ਪਾਰਟੀ, ਨਵੀਨ ਪਟਨਾਇਕ ਬਿੱਜੂ ਜਨਤਾ ਦਲ, ਇਹਨਾਂ ਆਗੂਆਂ ਦੇ ਨਾਲ ਉਹਨਾਂ ਨੇ ਆਪਣਾ ਸੰਪਰਕ ਬਣਾ ਲਿਆ। ਇਹਦੇ ਨਾਲ ਨਾਲ ਉਹਨਾਂ ਜੀ ਦਾ ਤਾਲਮੇਲ ਜੇਡੂ ਜੀ ਦੇ ਨਤੀਸ਼ ਕੁਮਾਰ ਨਾਲ ਵੀ ਹੈ, BSP ਦੀ ਹੂੰ ਸੁਪਰੀਮੋ ਬੀਬੀ ਮਾਇਆਵਤੀ ਉਹਨਾਂ ਨਾਲ ਵੀ ਹੈ, ਔਰ YSR ਦੇ ਕਾਂਗਰਸੀ ਹੈ ਜਿਹੜੇ ਜਗਨ ਰੈਡੀ ਉਹਨਾਂ ਦੇ ਨਾਲ ਵੀ ਉਹਨਾਂ ਦਾ ਤਾਲਮੇਲ ਚੱਲ ਰਿਹਾ ਹੈ। ਇਹਦੇ ਨਾਲ ਜੀ ਹੀ ਜਿਹੜੀ ਆਪਣੀ ਬੀਬੀ ਮਮਤਾ ਬੈਨਰਜੀ ਹੈ, ਮਮਤਾ ਬੈਨਰਜੀ ਨੇ ਹੂੰ ਕੱਲ ਇੱਕ ਮੀਟਿੰਗ ਬੁਲਾਈ ਸੀ ਕੰਸਟੀਟਿਊਸ਼ਨ ਕਲੱਬ ਦੇ ਵਿੱਚ। ਉਸ ਜੀ ਮੀਟਿੰਗ ਦੇ ਵਿੱਚ ਪਹਿਲਾਂ ਇਹੋ ਜਿਹੀ ਮੀਟਿੰਗ ਇੱਕ ਸੋਨੀਆ ਗਾਂਧੀ ਨੇ ਵੀ ਬੁਲਾਈ ਸੀਗੀ ਤੇ ਉਦੋਂ ਇਹ ਲੱਗਦਾ ਜੀ ਸੀ ਕਿ ਮੀਟਿੰਗਾਂ ਅਲੱਗ-ਅਲੱਗ ਕਰਨਗੇ ਤੇ ਕੋਈ ਇੱਕ ਰਾਏ ਨਹੀਂ ਬਣਨੀ। ਪਰ ਵਧੀਆ ਗੱਲ ਇਹ ਹੂੰ ਹੋਈ ਕਿ ਜਿਹੜੀ ਕੱਲ ਉਹਨੇ ਮੀਟਿੰਗ ਬੁਲਾਈ ਸੀ ਬੀਬੀ ਨੇ, ਉਸ ਮੀਟਿੰਗ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਤੀਨਿਧ ਗਏ ਤੇ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡੇ ਨਾਲ ਹੈ। ਇੱਥੋਂ ਤੱਕ ਜੀ ਕਿ ਮਮਤਾ ਬੈਨਰਜੀ ਦੀ ਖੱਬੇ ਪੱਖੀਆਂ ਦੇ ਨਾਲ ਸਿਰ ਵੱਢ ਵੀ ਦੁਸ਼ਮਣੀ ਆਪਾਂ ਨੂੰ ਪਤਾ ਬੰਗਾਲ ਦੇ ਮੁੱਦੇ ਤੇ ਇੱਕ ਦੂਜੇ ਦੇ ਬਿਲਕੁਲ ਖਿਲਾਫ ਹੈ। ਹਾਲਾਂਕਿ ਸੀਤਾਰਾਮ ਜੈਚਰੀ ਨੇ ਬੀਬੀ ਮਮਤਾ ਬੈਨਰਜੀ ਨੂੰ ਕ੍ਰਿਟੀਸਾਈਜ਼ ਕਰਨ ਦੇ ਵਿੱਚ ਕਦੇ ਕੋਈ ਕਸਰ ਨਹੀਂ ਛੱਡੀ, ਲੇਕਿਨ ਜਿਹੜੀ ਉਸ ਮੀਟਿੰਗ ਦੇ ਵਿੱਚ CPI ਤੇ CPM ਦੇ ਪ੍ਰਤੀਨਿਧ ਵੀ ਗਏ, ਉਹਨਾਂ ਨੇ ਵੀ ਕਹਿਤਾ ਜੀ ਅਸੀਂ ਜੀ ਤੁਹਾਡੇ ਨਾਲ ਆ। ਇਸੇ ਤਰੀਕੇ ਜਿਹੜੇ ਬਹੁਤ ਸਾਰੇ ਹੋਰ ਆ, ਪਰ ਜਿਹੜੀਆਂ ਧਿਰਾਂ ਉੱਥੇ ਨਹੀਂ ਗਈਆਂ ਉਹ ਧਿਰਾਂ ਵੀ ਗਿਣਨਯੋਗ ਹੈ। ਉਹਨਾਂ ਧਿਰਾਂ ਦੇ ਵਿੱਚ ਆਉਂਦਾ ਜੀ ਸ਼੍ਰੋਮਣੀ ਅਕਾਲੀ ਦਲ। ਮੇਰਾ ਖਿਆਲ ਹੈ ਵੀ ਸ਼੍ਰੋਮਣੀ ਜੀ ਅਕਾਲੀ ਦਲ ਇਤਿਹਾਸ ਤੋਂ ਸਬਕ ਨਹੀਂ ਸਿੱਖ ਰਿਹਾ। ਪਹਿਲਾਂ ਇਹਨਾਂ ਨੇ 3 ਕਾਲੇ ਕਾਨੂੰਨਾਂ ਦੀ ਹਮਾਇਤ ਕੀਤੀ ਸੀ ਤੇ ਉਹਦਾ ਕਰਕੇ ਪੰਜਾਬ ਦੇ ਵਿੱਚ ਇਹਨਾਂ ਦੀ ਕਿੰਨੀ ਬੁਰੀ ਹਾਲਤ ਹੋ ਗਈ ਸੀ ਕਿ 1920 ਦੇ ਵਿੱਚ ਬਣਿਆ ਵਾ ਅਕਾਲੀ ਦਲ ਜਿਹੜਾ ਲਗਾਤਾਰ 2 ਵਾਰੀ 7 ਤੋਂ ਲੈ ਕੇ 17 ਤੱਕ ਜਿਹਨੇ ਰਾਜ ਭਾਗ ਕੀਤਾ ਹੋਵੇ ਤੇ 17 ਦੀ ਚੋਣ ਦੇ ਵਿੱਚ ਉਹਨਾਂ ਦੀ ਸਥਿਤੀ ਇੰਨੀ ਮਾੜੀ ਹੋ ਗਈ ਸੀ ਕਿ ਉਹਨਾਂ ਕੋਲ ਵਿਰੋਧੀ ਧਿਰ ਦਾ ਰੁਤਬਾ ਵੀ ਨਹੀਂ ਰਿਹਾ ਸੀ। ਜੀ ਲੇਕਿਨ ਜੀ ਜੀ ਇਤਿਹਾਸ ਤੋਂ ਸਬਕ ਸਿੱਖਣ ਦੀ ਬਜਾਏ ਉਹਨਾਂ ਨੇ ਆਪਣੀਆਂ ਨੀਤ ਤੇ ਨੀਤੀ ਨੂੰ ਦਰੁਸਤ ਨਹੀਂ ਕੀਤਾ ਤੇ ਉਲਟਾ ਇਹ ਹੋਇਆ ਕਿ 2022 ਦੀਆਂ ਚੋਣਾਂ ਦੇ ਵਿੱਚ 15 ਤੋਂ ਘਟ ਕੇ 3 ਤੇ ਰਹਿ ਗਿਆ ਅਕਾਲੀ ਦਲ। ਔਰ ਅੱਜ ਹੀ ਭਗਵੰਤ ਸਿੰਘ ਜੀ ਮਾਨ ਨੇ ਕਿਹਾ, ਕਹਿੰਦਾ ਜੀ ਅਕਾਲੀ ਦਲ 100 ਜਿਹੜਾ ਇੰਨੀ ਪੁਰਾਣੀ ਪਾਰਟੀ ਹੈ, ਸਭ ਤੋਂ ਪੁਰਾਣੀ ਪਾਰਟੀ ਹੈ ਪੰਜਾਬ ਦੀ, ਤਾਂ ਆਪਾਂ ਦੇਖੀਏ ਤੇ ਭਾਰਤ ਦੇ ਵਿੱਚ ਇਹ ਦੂਜੇ ਨੰਬਰ ਦੀ ਪਾਰਟੀ ਹੈ ਕਾਂਗਰਸ ਤੋਂ ਬਾਅਦ ਦੀ ਪੁਰਾਣੀ ਪਾਰਟੀ ਹੈ। ਉਹ ਕਹਿੰਦੇ ਜੀ ਸਕੂਟਰ ਦੀਆਂ ਸਵਾਰੀਆਂ ਰਹਿ ਗਈਆਂ, 3 ਜਣੇ ਤਾਂ ਇੱਕ ਸਕੂਟਰ ਤੇ ਜਾ ਸਕਦੇ ਆ ਵਿਧਾਨ ਸਭਾ ਦੇ ਵਿੱਚ। ਠੀਕ ਹੈ, ਇਸੇ ਤਰੀਕੇ ਜੇ ਆਪਾਂ ਦੇਖੀਏ ਕਾਲੇ ਕਾਨੂੰਨਾਂ ਦੇ ਮੁੱਦੇ ਦੇ ਉੱਤੇ ਵੀ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ। ਕਾਲੇ ਕਾਨੂੰਨਾਂ ਦੀ ਇਹਨਾਂ ਨੇ ਹਮਾਇਤ ਕੀਤੀ ਸੀਗੀ। ਹੁਣ ਫੇਰ ਆ ਕੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਭਾਵੇਂ ਹਮਾਇਤ ਨਹੀਂ ਕੀਤੀ, ਪਰ ਵਿਰੋਧੀ ਧਿਰ ਦੀ ਮੀਟਿੰਗ ਦੇ ਵਿੱਚ ਨਾ ਜਾ ਕੇ ਸੰਕੇਤ ਕੀ ਦਿੱਤਾ ਹੈ? ਸੰਕੇਤ ਇਹੀ ਦਿੱਤਾ ਕਿ ਆਪਣੇ ਤੁਹਾਡੇ ਉਲਟ ਵੀ ਨਹੀਂ ਖੜੇ ਅਸੀਂ। ਅਮਿਤ ਸ਼ਾਹ ਜੀ ਤੇ ਆਪਣੇ ਮੋਦੀ ਸਾਹਿਬ ਜਿਵੇਂ ਕਹੋਗੇ ਸਾਡੀਆਂ ਸੇਵਾਵਾਂ ਹਾਜ਼ਰ ਹੈ। ਐਲਾਨ ਨਹੀਂ ਕੀਤਾ ਅਸੀਂ ਤੁਹਾਡੇ ਉਲਟ ਨਹੀਂ ਖੜੇ। ਹਾਂ, ਅਸੀਂ ਤੁਹਾਡੇ ਉਲਟ ਨਹੀਂ ਖੜੇ, ਮਤਲਬ ਉਹਨਾਂ ਨੇ ਇਹ ਸੰਦੇਸ਼ ਭੇਜ ਦਿੱਤਾ ਹੈ। ਦੂਜਾ ਜਿਹੜਾ ਹੈਗਾ ਜੀ, ਇਹਦੇ 'ਚ ਆਮ ਆਦਮੀ ਪਾਰਟੀ ਵਾਲੇ ਨਹੀਂ ਗਏ। ਆਹ ਦੇਖੋ ਕਿਆ ਕਮਾਲ ਹੈ, ਆਮ ਆਦਮੀ ਪਾਰਟੀ ਵਾਲੇ ਜਿਹੜੇ ਹਮੇਸ਼ਾ ਨਰਿੰਦਰ ਮੋਦੀ ਸਾਹਿਬ ਦਾ ਵਿਰੋਧ ਕਰਦੇ ਹੈ। ਚਲੋ ਕਾਂਗਰਸ ਪਾਰਟੀ ਦੇ ਨਾਲ ਉਹਨਾਂ ਦੀ ਨਹੀਂ ਬਣਦੀ, ਨਾ ਬਣੇ, ਬੀਬੀ ਮਮਤਾ ਬੈਨਰਜੀ ਨਾਲ ਤਾਂ ਬੜੇ ਵਧੀਆ ਸੰਬੰਧ ਸੀ। ਮਮਤਾ ਬੈਨਰਜੀ ਤਾਂ ਆ ਕੇ ਇਹਨਾਂ ਦੇ ਹੱਕ ਵਿੱਚ ਪ੍ਰਚਾਰ ਵੀ ਕਰਕੇ ਗਈ ਸੀ। ਉਹਦੇ ਵੱਲੋਂ ਬੁਲਾਈ ਹੋਈ ਮੀਟਿੰਗ ਦੇ ਵਿੱਚ ਨਾ ਜਾਣਾ, ਇਹਦਾ ਮਤਲਬ ਹੈ ਕਿ ਜਿਹੜੀ ਉਹ RSS ਵਾਲਾ ਮੋਹ ਹੈ ਉਹ ਅਜੇ ਤੱਕ ਬਰਕਰਾਰ ਹੈ, ਉਹ ਟੁੱਟਿਆ ਨਹੀਂ। ਆਪਾਂ ਤਾਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਅਸਲ ਦੇ ਵਿੱਚ ਜਿਹੜੀ RSS ਦੀ ਅਪਰੋਚ ਹੈ ਕਿ ਇਸ ਦੇਸ਼ ਦੇ ਵਿੱਚ 2 ਪਾਰਟੀ ਸਿਸਟਮ ਹੋਣਾ ਚਾਹੀਦਾ ਹੈ ਤੇ ਦੋਨੇ ਪਾਰਟੀਆਂ ਹਿੰਦੂਤਵ ਨੂੰ ਅਪਣਾਈਆਂ ਹੋਣ। ਨਾਲ ਹੀ ਜਿਹੜਾ ਜਗਨ TRS ਹੈ ਜੀ, ਜਿਹੜੀ ਉਹ ਆਪਣੀ ਤੁਹਾਡੀ ਉੱਥੋਂ ਵਾਲੀ ਤੇਲੰਗਾਨਾ ਵਾਲੀ, ਉਹਦੇ ਜਿਹੜੇ ਹੈਗੇ ਉਹ ਤੇਲੰਗਾਨਾ ਵਾਲੀ ਜਿਹੜੀ ਹੈਗੀ ਹੈ ਤੇਲੰਗਾਨਾ ਰਾਸ਼ਟਰੀ ਸਮਿਤੀ, ਉਹ ਵੀ ਨਹੀਂ ਹੈ। ਔਰ ਜਗਨ ਮੋਹਨ ਰੈਡੀ ਜਿਹੜੀ ਉਹ YSR ਕਾਂਗਰਸ ਹੈਗੀ, ਜਗਨ ਰੈਡੀ ਜੀ ਦਾ ਲੀਡਰ ਹੈਗਾ ਆਂਧਰਾ ਪ੍ਰਦੇਸ਼ ਵਾਲੇ, ਉਹ ਵੀ ਨਹੀਂ ਆਈ। ਚਲੋ ਤੇ ਜਿਹੜਾ ਬਿੱਜੂ ਪਟਨਾਇਕ ਦਾ ਬੇਟਾ ਹੈ ਨਵੀਨ ਪਟਨਾਇਕ, ਉਹ ਵੀ ਨਹੀਂ ਆਏ। ਇਹਨਾਂ ਦਾ ਪਤਾ ਪਿਛਲੀ ਵਾਰੀ TRS ਨੇ ਔਰ YSR ਨੇ ਤੇ ਬਿੱਜੂ ਜਨਤਾ ਦਲ ਨੇ, ਇਹਨਾਂ ਨੇ ਪਿਛਲੀ ਵਾਰੀ ਵੀ ਵੋਟਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਪਾਈਆਂ ਸੀ। ਇੱਥੋਂ ਲੱਗਦਾ ਹੈ ਕਿ ਹੁਣ 17 ਪਾਰਟੀਆਂ ਇਕੱਠੀਆਂ ਹੋਈਆਂ ਸੀ, 17 ਪਾਰਟੀਆਂ ਨੇ ਫੈਸਲਾ ਕਰ ਲਿਆ ਕਿ ਆਪਾਂ ਸਾਂਝਾ ਉਮੀਦਵਾਰ ਦੇਵਾਂਗੇ। ਪਹਿਲਾਂ ਜਿਹੜੀ ਹੈਗੀ ਚੁਆਇਸ ਸੀਗੀ ਸ਼ਰਦ ਪਵਾਰ, ਲੇਕਿਨ ਸ਼ਰਦ ਪਵਾਰ ਨੇ ਕਹਿਤਾ ਵੀ ਮੈਂ ਨਹੀਂ ਇਲੈਕਸ਼ਨ ਲੜਨੀ, ਮੈਂ ਇਲੈਕਸ਼ਨ ਨਹੀਂ ਲੜਨੀ ਕੋਈ ਰਾਸ਼ਟਰਪਤੀ ਵਾਲੀ, ਮੈਨੂੰ ਰਹਿਣ ਦਿਓ। ਦੂਜਾ ਜਿਹੜਾ ਹੈਗਾ ਜੀ ਹੁਣ ਜਿਹੜਾ ਹੈਗਾ ਉਹ ਗੋਪਾਲ ਗਾਂਧੀ ਦਾ ਨਾਂ ਹੈ, ਰਾਜਗੋਪਾਲ ਗਾਂਧੀ, ਜਿਹੜਾ ਤੁਹਾਨੂੰ ਪਤਾ ਵੀ ਉਹ ਮਹਾਤਮਾ ਗਾਂਧੀ ਦਾ ਪੋਤਰਾ, ਹਾਂਜੀ ਪੋਤਰਾ ਕਿ ਪੜਪੋਤਰਾ ਹੈ, ਉਹਦਾ ਨਾਂ ਹੈ। ਔਰ ਉਹਦਾ ਨਾਂ ਜਿਹੜਾ ਹੈਗਾ ਉਹਦੀ ਪੇਸ਼ਕਸ਼ ਕੀਤੀ ਸੀ ਸੀਤਾਰਾਮ ਜੈਚੁਰੀ ਨੇ, ਕਾਮਰੇਡਾਂ ਨੇ ਕੀਤੀ ਸੀ ਵੀ ਉਹਨੂੰ ਲੈ ਲਓ, ਮਹਾਤਮਾ ਗਾਂਧੀ ਦੀ ਵਿਰਾਸਤ ਹੈ ਉਹਦੇ ਕੋਲੇ, ਵਿਰਸਾ ਹੈ ਉਹਦੇ ਕੋਲ ਇੱਕ ਬਹੁਤ ਵੱਡਾ, ਮਤਲਬ ਜਿਹੜਾ ਹੈਗਾ ਅਮੀਰ ਵਿਰਸੇ ਦਾ ਉਹ
ਵਿਰਾਸਤ ਦਾ ਮਾਲਕ ਹੈ ਤੇ ਉਹਨੂੰ ਆਪਾਂ ਦੇ ਮਾਲਕ ਹੈ। ਦਈਏ। ਉਹ ਕਹਿੰਦੇ ਜੀ ਠੀਕ ਹੈ। ਉਹ ਜੇ ਉਹਦੇ ਤੇ ਸਹਿਮਤੀ ਅੱਬਲ ਤਾਂ ਹੋ ਜੂਗੀ, ਜੇ ਨਹੀਂ ਹੁੰਦੀ ਤਾਂ ਫਿਰ ਦੂਜੇ ਨੰਬਰ ਦੇ ਉੱਤੇ ਨਾਂ ਪੇਸ਼ ਕੀਤਾ ਸੀ ਬੀਬੀ ਨੇ, ਮਮਤਾ ਬੈਨਰਜੀ ਨੇ, ਮਿਸਟਰ ਫਾਰੂਕ ਅਬਦੁੱਲਾ ਦਾ। ਜਦੋਂ ਫਾਰੂਕ ਅਬਦੁੱਲਾ ਆਉਂਦਾ ਜੀ, ਫਾਰੂਕ ਅਬਦੁੱਲੇ ਦੀ ਮੁਖਾਲਫਤ ਅਕਾਲੀ ਦਲ ਲਈ ਕਰਨੀ ਬਹੁਤ ਮੁਸ਼ਕਿਲ ਹੋ ਜਾਣੀ, ਕਿਉਂਕਿ ਤੁਹਾਨੂੰ ਪਤਾ ਵੀ ਬੜੀਆਂ ਬਿਗੀਆਂ ਟੇਢੀਆਂ ਰਿਸ਼ਤੇਦਾਰੀਆਂ ਵੀ ਹੈਗੀਆਂ ਨਾ। ਰਿਸ਼ਤੇਦਾਰੀਆਂ ਹੈਗੀਆਂ। ਫਾਰੂਕ ਅਬਦੁੱਲੇ ਦੀ ਬੇਟੀ ਸਚਿਨ ਪਾਇਲਟ ਨੂੰ ਵੀ ਇਹੀ ਵੀ ਹੈ। ਬਿਲਕੁਲ ਤੇ ਸਚਿਨ ਪਾਇਲਟ ਤਾਂ ਆਪਣੇ ਬਾਦਲ ਸਾਹਿਬ ਨੂੰ ਫੁੱਫੜ ਜੀ ਕਹਿੰਦਾ ਹੈ। ਭੂਆ ਦਾ ਪੁੱਤ ਸੁਖਬੀਰ ਬਾਦਲ, ਉੱਥੇ ਉਹਨਾਂ ਦੀ ਮੁਖਾਲਫਤ ਕਿਵੇਂ ਕਰੂਗਾ? ਖੈਰ ਦੇਖਦੇ ਜੀ ਆਉਣ ਵਾਲੇ ਦਿਨਾਂ 'ਚ ਬਣਦਾ ਕੀ ਹੈ ਜੀ। ਜੀ ਸੋ ਸ਼ੁਕਰੀਆ ਜੀ ਢਿੱਲੋਂ ਸਾਹਿਬ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਧੰਨਵਾਦ। ਸੋ ਸਮਾਂ ਜੀ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ, ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹਨ, DOT ਸੇਫਟੀ ਇੰਸਪੈਕਸ਼ਨਸ ਕਰਦੇ ਹਨ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹਨ ਜੀ। ਇਹ MPI ਅਪਰੂਵਡ ਨੇ, ਔਰ ਹਾਂ ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹਨ। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 459 2000 या फिर कॉल करो 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। Quick Truck Lube.